ਸਤਿ ਸ਼੍ਰੀ ਅਕਾਲ ਜੀ। ਰਾਮ ਲਾਲ ਸ਼ਹਿਰ ਵਿੱਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਸਦੇ ਦੋ ਮੁੰਡੇ ਮਨੀਸ਼ ਤੇ ਵਿਕਾਸ ਸੀ, ਜੋ ਦੋਵੇਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਉਹਨਾਂ ਨੇ ਰਾਮ ਲਾਲ ਦੀ ਦੁਕਾਨ ਸੰਭਾਲੀ ਹੋਈ ਸੀ। ਹਾਲਾਂਕਿ ਰਾਮ ਲਾਲ ਉਹਨਾਂ ਤੋਂ ਬਹੁਤਾ ਖੁਸ਼ ਨਹੀਂ ਸੀ ਤੇ ਅਕਸਰ ਕਹਿੰਦਾ ਰਹਿੰਦਾ, ਤੁਸੀਂ ਦੋਵੇਂ ਕੋਈ ਕੰਮ ਕਰ ਲਓ, ਦੁਕਾਨ ਮੈਂ ਸਾਂਭ ਲੈਣੀ ਆ। ਇੱਕ ਦੁਕਾਨ ਤੋਂ ਕਿੰਨੀ ਕੁ ਕਮਾਈ ਹੋ ਸਕਦੀ ਆ, ਇਵੇਂ ਜ਼ਿੰਦਗੀ ਨਹੀਂ ਨਿਕਲਣੀ। ਉਸ ਦੀ ਇਕਲੌਤੀ ਧੀ ਰੇਨੂ ਸੀ, ਜੋ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਰਾਮ ਲਾਲ ਨੂੰ ਉਸ 'ਤੇ ਬੜਾ ਮਾਣ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੀ ਧੀ ਉਸ ਦੇ ਚੰਗੇ ਕਰਮਾਂ ਦਾ ਫਲ ਆ। ਰੇਨੂ ਦੇ ਪੇਪਰ ਹੋ ਚੁੱਕੇ ਸੀ। ਉਸਨੇ 12ਵੀਂ 99% ਨੰਬਰਾਂ ਨਾਲ ਕੀਤੀ ਤੇ ਉਹ ਅਕਸਰ ਵਿਦੇਸ਼ ਜਾ ਕੇ ਪੜ੍ਹਨ ਦੀਆਂ ਗੱਲਾਂ ਕਰਦੀ ਸੀ। ਵਰਮਾ ਜੀ ਉਹਨਾਂ ਪੜੋਸੀ ਰੇਨੂ ਨੂੰ ਆਪਣੀ ਧੀ ਸਮਝ ਕੇ ਅਕਸਰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਸੀ, ਪਰ ਰਾਮ ਲਾਲ ਕਹਿੰਦਾ ਸੀ, ਪੜ੍ਹ ਜਿੰਨਾ ਮਰਜ਼ੀ ਪੁੱਤ, ਪਰ ਬਾਹਰ ਦੀ ਗੱਲ ਨਾ ਕਰੀ। ਬੜੇ ਲਾਲਚੀ ਹੋ ਗਏ ਨੇ ਅੱਜ ਕੱਲ੍ਹ ਦੇ ਮਾਪੇ, ਪੈਸੇ ਪਿੱਛੇ ਇਕੱਲੀਆਂ ਧੀਆਂ ਬਾਹਰ ਭੇਜ ਦਿੰਦੇ ਨੇ। ਪਹਿਲਾਂ ਸਮਾਂ ਸੀ ਕਿ ਜੇ ਧੀ ਜਵਾਨ ਹੋ ਜਾਂਦੀ ਸੀ ਤਾਂ ਲੋਕੀ ਰਿਸ਼ਤੇਦਾਰਾਂ ਕੋਲ ਨਹੀਂ ਸੀ ਛੱਡਦੇ। ਰਾਮ ਲਾਲ ਬੜਾ ਰੂੜੀਵਾਦੀ ਵਿਚਾਰਾਂ ਦਾ ਸੀ, ਪਰ ਧੀ ਨੂੰ ਬਹੁਤ ਪਿਆਰ ਕਰਦਾ ਸੀ। ਰੇਨੂ ਨੇ ਵਰਮਾ ਜੀ ਨੂੰ ਕਹਿ ਕੇ ਵਿਦੇਸ਼ ਜਾਣ ਵਾਲੀ ਗੱਲ ਮਨਾ ਹੀ ਲਈ। ਰੇਨੂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ। ਉਹ ਅਕਸਰ ਸਿਡਨੀ ਤੇ ਮੈਲਬੌਰਨ ਦੇ ਸੁਪਨੇ ਲੈਂਦੀ ਰਹਿੰਦੀ ਸੀ, ਪਰ ਰਾਮ ਲਾਲ ਨੇ ਕਿਹਾ ਸੀ ਕਿ ਉੱਥੇ ਆਪਣਾ ਕੋਈ ਜਾਣ ਪਹਿਚਾਣ ਵਾਲਾ ਵੀ ਨਹੀਂ ਰਹੇਗੀ ਕਿਸ ਕੋਲ। ਮਨੀਸ਼ ਨੇ ਕਿਹਾ, ਪਾਪਾ ਵਿਦੇਸ਼ 'ਚ ਕੋਈ ਸਾਰੀ ਜ਼ਿੰਦਗੀ ਨਹੀਂ ਰੱਖਦਾ, ਕਿਸੇ ਨੂੰ ਆਪਣੇ ਸਿਰ 'ਤੇ ਹੀ ਰਹਿਣਾ ਪੈਂਦਾ। ਜ਼ਿਆਦਾ ਤੋਂ ਜ਼ਿਆਦਾ ਮਹੀਨਾ ਰੱਖ ਲਵੇਗਾ ਅਗਲਾ, ਨਾਲੇ ਆਸਟ੍ਰੇਲੀਆ 'ਚ ਪੈਸੇ ਵੀ ਜ਼ਿਆਦਾ ਬਣਦੇ ਨੇ ਕੈਨੇਡਾ ਦੇ ਮੁਕਾਬਲੇ। ਵਰਮਾ ਜੀ ਨੇ ਰਾਮ ਲਾਲ ਨੂੰ ਤਸੱਲੀ ਦਿੱਤੀ, ਆਮ ਹੀ ਰਹਿੰਦੇ ਨੇ ਬੱਚੇ ਹੁਣ ਤਾਂ, ਤੂੰ ਫਿਕਰ ਨਾ ਕਰ। ਉਹ ਮੰਨ ਗਿਆ, ਪਰ ਰਾਮ ਲਾਲ ਦਿਲੋਂ ਖੁਸ਼ ਨਹੀਂ ਸੀ। ਰੇਨੂ ਨੇ ਆਈਲੈਟਸ ਵਿੱਚੋਂ 8 ਬੈਂਡ ਲੈ ਕੇ ਰਾਮ ਲਾਲ ਦਾ ਹੌਸਲਾ ਹੋਰ ਬੁਲੰਦ ਕਰ ਦਿੱਤਾ। ਰੇਨੂ ਨੇ ਕਿਹਾ, ਪਾਪਾ ਮੈਂ ਤੁਹਾਨੂੰ ਪੁੱਤ ਹੀ ਬਣ ਕੇ ਦਿਖਾਵਾਂਗੀ। ਮੈਂ ਪੱਕੀ ਹੋ ਕੇ ਵੀਰੇ ਉਹਨਾਂ ਨੂੰ ਵੀ ਬੁਲਾ ਲੈਣਾ ਹੈ। ਰਾਮ ਲਾਲ ਨੇ ਰੇਨੂ ਦੀ ਫਾਈਲ ਤਿਆਰ ਕਰਵਾਈ ਤੇ 15 ਲੱਖ ਦਾ ਕਰਜ਼ਾ ਚੱਕ ਰੇਨੂ ਨੂੰ ਬਾਹਰ ਭੇਜ ਦਿੱਤਾ। ਜਹਾਜ਼ 'ਚ ਬੈਠੀ ਰੇਨੂ ਆਪਣੇ ਪਾਪਾ ਬਾਰੇ ਸੋਚ ਰਹੀ ਸੀ ਕਿ ਪਾਪਾ ਨੇ ਸਾਰੀ ਜ਼ਿੰਦਗੀ ਛੋਟੀ ਜਿਹੀ ਦੁਕਾਨ 'ਚ ਹੀ ਕੱਢ ਦਿੱਤੀ। ਉਹਨਾਂ ਨੇ ਦੁਕਾਨ ਲਈ ਕਰਜ਼ਾ ਨਾ ਲਿਆ, ਪਰ ਮੇਰੇ ਲਈ ਪਾਪਾ ਨੇ ਇੰਨਾ ਵੱਡਾ ਲੋਨ ਲੈ ਲਿਆ। ਪਾਪਾ ਤੁਹਾਡੀ ਥਾਂ ਕੋਈ ਨਹੀਂ ਲੈ ਸਕਦਾ। ਉਸ ਦੀਆਂ ਅੱਖਾਂ ਅਣਬਹਾਏ ਹੰਝੂਆਂ ਨਾਲ ਭਰ ਗਈਆਂ। ਉਹ ਸੋਚਦੀ ਸੁਪਨਿਆਂ ਦੇ ਦੇਸ਼ 'ਚ ਜਾ ਉਤਰੀ, ਜਿੱਥੇ ਉਸਦੇ ਏਜੰਟ ਦੁਆਰਾ ਭੇਜਿਆ ਡਰਾਈਵਰ ਉਸਦੇ ਨਾਮ ਦੀ ਪਲੇਟ ਲੈ ਕੇ ਉਸਦਾ ਇੰਤਜ਼ਾਰ ਏਅਰਪੋਰਟ 'ਤੇ ਕਰ ਰਿਹਾ ਸੀ। ਉਹ ਚਾਈਂ ਗੱਡੀ ਵਿੱਚ ਬੈਠ ਗਈ ਤੇ ਬਾਹਰ ਦੇ ਖੂਬਸੂਰਤ ਨਜ਼ਾਰੇ ਦੇਖਣ ਲੱਗੀ। ਉਸ ਨੂੰ ਲੱਗਾ ਉਹ ਸਵਰਗ 'ਚ ਉਤਰ ਆਈ ਆ। ਨਾ ਧੂੜ, ਨਾ ਮਿੱਟੀ, ਨਾ ਸੜਕਾਂ 'ਤੇ ਜਾਨਵਰ, ਨਾ ਭਿਖਾਰੀ, ਨਾ ਹਵਾ ਦਾ ਗੰਧ, ਨਾ ਟੁੱਟੀਆਂ ਸੜਕਾਂ। ਇੱਥੇ ਤਾਂ ਸੜਕਾਂ ਵੀ ਲੋਕਾਂ ਦੇ ਘਰਾਂ ਦੇ ਫਰਸ਼ ਵਰਗੀਆਂ ਨੇ। ਇਹ ਖੂਬਸੂਰਤ ਬਿਲਡਿੰਗਾਂ ਤੇ ਮਾਲ ਇੰਡੀਆ ਵਿੱਚ ਇਹ ਸਭ ਅਜੇ ਅਗਲੇ 20 ਸਾਲ ਨਾ ਬਣਨਾ। ਮੈਂ ਤਾਂ ਬਹੁਤ ਕਰਮਾਂ ਵਾਲੀ ਹਾਂ, ਇਹ ਸਵਰਗ ਰੱਬ ਨੇ ਮੇਰੇ ਹਿੱਸੇ ਲਿਖਿਆ। ਉਹ ਸੋਚਦੀ ਹੋਈ ਘਰ ਪਹੁੰਚ ਗਈ। ਉਹ ਦੇਖਦੀ ਹੈ ਇੱਥੇ ਤਾਂ ਘਰ ਕਿੰਨੇ ਸੋਹਣੇ ਨੇ, ਬਾਹਰ ਕਿੰਨੀ ਸਫਾਈ ਆ, ਨਾ ਗਲੀਆਂ, ਨਾ ਹਾਰਨ ਦੀ ਆਵਾਜ਼, ਨਾ ਰਿਕਸ਼ੇ ਵਾਲਿਆਂ ਦਾ ਧੱਕਾ ਮੁੱਕੀ। ਬੇਹੱਦ ਸ਼ਾਂਤ ਮਾਹੌਲ ਸੀ ਘਰਾਂ ਦਾ, ਜਿਵੇਂ ਕੋਈ ਰਹਿ ਹੀ ਨਹੀਂ ਰਿਹਾ ਸੀ। ਅੰਦਰ ਸ਼ਾਮ ਹੋ ਰਹੀ ਸੀ, ਚਾਰੇ ਪਾਸੇ ਸन्नाटा ਸੀ। ਰੇਨੂ ਨੇ ਸਮਾਨ ਉਤਾਰਿਆ ਤੇ ਡਰਾਈਵਰ ਨੇ ਰੇਨੂ ਦੀ ਗੱਲ ਏਜੰਟ ਨਾਲ ਕਰਵਾਈ। ਸਭ ਠੀਕ ਹੈ ਸਰ, ਮੈਂ ਪਹੁੰਚ ਗਈ। ਸਰ ਪਾਪਾ ਨੂੰ ਦੱਸ ਦੇਣਾ ਮੇਰੇ ਫ਼ੋਨ 'ਚ ਬੈਟਰੀ ਨਹੀਂ, ਮੈਂ ਸਵੇਰੇ ਗੱਲ ਕਰਾਂਗੀ। ਪਾਪਾ ਨਾਲ ਹੁਣ ਬਹੁਤ ਥੱਕੀ ਹੋਈ ਹਾਂ, ਅੰਦਰ ਜਾ ਕੇ ਆਰਾਮ ਕਰਦੇ ਹਾਂ। ਏਜੰਟ ਨੇ ਓਕੇ ਬੇਟਾ ਕਹਿ ਕੇ ਫ਼ੋਨ ਰੱਖ ਦਿੱਤਾ। ਡਰਾਈਵਰ ਵੀ ਚਲਾ ਗਿਆ। ਰੇਨੂ ਨੇ ਏਜੰਟ ਦੇ ਦੱਸੇ ਮਕਾਨ ਦੀ ਬੈਲ ਵਜਾਈ। ਅੰਦਰੋਂ ਹਲਕੀ ਜਿਹੀ ਆਵਾਜ਼ ਆਈ ਤੇ ਇੱਕ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਰੇਨੂ ਨੇ ਘਰ ਦੇ ਅੰਦਰ ਦੇਖਿਆ ਤਾਂ ਤਕਰੀਬਨ 7-8 ਮੁੰਡੇ ਸੀ। ਰੇਨੂ ਨੂੰ ਲੱਗਾ ਕਿ ਸ਼ਾਇਦ ਉਹ ਗਲਤ ਪਾਸੇ 'ਤੇ ਆ ਗਈ। ਉਸਨੇ ਸੌਰੀ ਬੋਲਿਆ ਤੇ ਬਾਹਰ ਆ ਕੇ ਏਜੰਟ ਨੂੰ ਫੋਨ ਕਰਨ ਲੱਗੀ। ਫੋਨ ਬੰਦ ਹੋ ਗਿਆ। ਇਹਨੇ ਵੀ ਹੁਣੇ ਹੀ ਬੰਦ ਹੋਣਾ ਸੀ। ਹਨੇਰਾ ਸੰਘਣਾ ਹੋਣ ਲੱਗਾ ਤੇ ਠੰਡ ਤੇਜ਼ੀ ਨਾਲ ਵਧਣ ਲੱਗੀ। 5 ਮਿੰਟ ਵਿੱਚ ਹੀ ਰੇਨੂ ਦੇ ਹੱਥ ਜੰਮਣ ਲੱਗੇ। ਰੇਨੂ ਨੂੰ ਹੁਣ ਡਰ ਲੱਗਣ ਲੱਗ ਪਿਆ ਸੀ ਕਿ ਉਹ ਅੰਦਰ ਕਿਵੇਂ ਜਾਵੇ। ਕੀ ਇਹ ਮੁੰਡੇ ਮੇਰੇ ਨਾਲ ਰਹਿਣਗੇ ਜਾਂ ਮੈਂ ਇਹਨਾਂ ਨਾਲ ਰਹਾਂਗੀ। ਫੋਨ ਵੀ ਬੰਦ ਹੋ ਗਿਆ ਤੇ ਠੰਡ ਵੀ ਹੱਡ ਚੀਰਵੀਂ ਆ। ਬਾਹਰ ਵੀ ਕਦੋਂ ਤੱਕ ਬੈਠਾਂਗੀ। ਉਹਦੇ ਸਰੀਰ ਦੇ ਨਾਲ ਨਾਲ ਉਸਦਾ ਦਿਮਾਗ ਵੀ ਸੁੰਨ ਹੋ ਗਿਆ ਸੀ। ਉਹ ਬਹੁਤ ਡਰ ਚੁੱਕੀ ਸੀ। ਆਲੇ ਦੁਆਲੇ ਦੂਰ ਦੂਰ ਤੱਕ ਸਿਰਫ ਹਨੇਰਾ ਹੀ ਹਨੇਰਾ ਸੀ। ਬਰਫ਼ ਡਿੱਗਣ ਲੱਗ ਪਈ। ਉਸ ਕੋਲ ਤਾਂ ਇੰਡੀਓਵਲ ਹੀ ਕੋਟ ਸੀ।
ਜੋ ਉਹ ਠੱਡ ਚੀਰਵੀਂ ਠੰਡ 'ਚ ਚੁੰਨੀ ਦੇ ਸਮਾਨ ਸੀ। ਉਸ ਨੂੰ ਉਹ ਸਵਰਗ ਹੁਣ ਬਿਰਾਨ ਜੰਗਲ ਵਿਖਾਈ ਦੇ ਰਿਹਾ ਸੀ। ਰੇਨੂ ਦਾ ਦਿਲ ਕਰ ਰਿਹਾ ਸੀ ਕਿ ਉਹ ਵਾਪਸ ਇੰਡੀਆ ਹੀ ਚਲੀ ਜਾਵੇ। ਉਹ ਰਾਮ ਲਾਲ ਨੂੰ ਵੀ ਨਹੀਂ ਸੀ ਦੱਸ ਸਕਦੀ, ਕਿਉਂਕਿ ਉਹ ਤਾਂ ਪਹਿਲਾਂ ਹੀ ਨਹੀਂ ਸੀ ਮੰਨਦੇ ਬਾਹਰ ਭੇਜਣ ਲਈ। ਉਹਦਾ ਸਰੀਰ ਬਰਫ਼ ਦੀ ਤਰ੍ਹਾਂ ਆਕੜ ਰਿਹਾ ਸੀ, ਬੁੱਲ੍ਹ ਨੀਲੇ ਪੈ ਗਏ। ਆਖਿਰ ਉਸਨੇ ਅੰਦਰ ਜਾਣ ਦਾ ਮਨ ਬਣਾ ਲਿਆ। ਉਹ ਅਜੇ ਉੱਠੀ ਹੀ ਸੀ ਕਿ ਨਾਲ ਵਾਲੇ ਘਰ ਵੱਲ ਕੁਝ ਕੁੜੀਆਂ ਆ ਰਹੀਆਂ ਸੀ, ਜੋ ਬਹੁਤ ਥੱਕੀਆਂ ਤੇ ਚਿਹਰੇ ਉੱਤੇ ਨਜ਼ਰ ਆ ਰਹੀਆਂ ਸੀ। ਉਹ ਉਹਨਾਂ ਵੱਲ ਵਧੀ, ਪਰ ਉਹਨਾਂ 'ਚੋਂ ਸਿਰਫ ਇੱਕ ਕੁੜੀ ਨੇ ਹੀ ਉਸ ਵੱਲ ਧਿਆਨ ਦਿੱਤਾ। ਉਸਨੇ ਕਿਹਾ, ਹੈਲੋ, ਅੱਜ ਹੀ ਆਈਆਂ, ਸਵੇਰੇ ਮਿਲਦੇ ਆਂ ਫਿਰ। ਕੋਲ ਹੀ ਆ ਤੇਰੇ, ਅੰਦਰ ਜਾ। ਕਦ ਤੱਕ ਬਾਹਰ ਬੈਠੀ ਰਹੇਂਗੀ? ਰੇਨੂ ਹੈਰਾਨ ਹੋ ਗਈ। ਉਸਨੇ ਕਿਹਾ, ਤੁਹਾਨੂੰ ਇਹ ਕਿਵੇਂ ਪਤਾ ਕਿ ਮੈਂ ਅੰਦਰ ਨਹੀਂ ਜਾਣਾ ਚਾਹੁੰਦੀ? ਸਰਜੀਤ, ਉਹੀ ਕੁੜੀ ਹਰ ਤੀਜੇ ਦਿਨ ਤੇਰੇ ਮੇਰੇ ਵਰਗੀਆਂ ਆਉਂਦੀਆਂ ਨੇ ਇੱਥੇ ਤੇ ਕੁਝ ਸਮਾਂ ਇੰਡੀਆ ਵਾਲਾ ਐਟੀਟਿਊਡ ਲੈ ਕੇ ਬੈਠਦੀਆਂ ਨੇ ਬਾਹਰ, ਤੇ ਜਦ ਠੰਡ ਇੱਜ਼ਤ ਤੇ ਆਕੜ ਵਾਲੇ ਖੂਨ ਨੂੰ ਜਮਾ ਦਿੰਦੀ ਆ ਤਾਂ ਚਲੀਆਂ ਜਾਂਦੀਆਂ ਨੇ ਅੰਦਰ। ਕੁਝ ਦਿਨ ਉੱਪਰਾ ਲੱਗਣਾ, ਫਿਰ ਤਾਂ ਤੂੰ ਮੇਰੇ ਵਾਂਗ ਸਲਾਹਾਂ ਦੇਵੇਂਗੀ ਕਿਸੇ ਨੂੰ। ਉਸਦਾ ਹਾਸਾ ਰੇਨੂ ਨੂੰ ਉਸਦੇ ਅੰਦਰ ਹੀ ਚੀਕਾਂ ਦਾ ਅਹਿਸਾਸ ਕਰਾ ਰਿਹਾ ਸੀ। ਸੁਰਜੀਤ, ਮੈਂ ਵੀ 3 ਸਾਲ ਪਹਿਲਾਂ ਐਵੇਂ ਹੀ ਬੈਠੀ ਸੀ ਸਾਰੀ ਰਾਤ ਬਾਹਰ ਕਿ ਮੈਂ ਨਹੀਂ ਐਡਜਸਟ ਕਰਦੀ। ਸਾਰੀ ਆਕੜ ਭੰਨਤੀ ਹਾਲਾਤਾਂ ਨੇ। ਗੁੱਡ ਨਾਈਟ। ਉਹ ਅੰਦਰ ਚਲੀ ਗਈ। ਰੇਨੂ ਚੁੱਪ ਸੀ, ਬਿਨਾਂ ਕੁਝ ਬੋਲੇ ਆਪਣਾ ਸੂਟਕੇਸ ਲੈ ਕੇ ਹੌਕੇ ਲੈ ਕੇ ਰੋ ਰਹੀ ਸੀ। ਉੱਥੇ ਦੂਰ ਦੂਰ ਤੱਕ ਕੋਈ ਨਹੀਂ ਸੀ ਉਸਨੂੰ ਸੁਣਨ ਤੇ ਚੁੱਪ ਕਰਾਉਣ ਵਾਲਾ। ਉਸਨੇ ਦਰਵਾਜ਼ੇ ਦੀ ਬੈਲ ਵਜਾਈ। ਅੰਦਰੋਂ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਉਹ ਰੇਨੂ ਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਿਹਾ ਸੀ। ਰੇਨੂ ਨੂੰ ਲੱਗਾ ਉਹ ਆਪ ਹੀ ਭੇੜੀਆ ਦੇ ਮੂੰਹ ਦਾ ਨਿਵਾਲਾ ਬਣਨ ਜਾ ਰਹੀ ਆ। ਉਹਨੇ ਆਪਣਾ ਸੂਟਕੇਸ ਅੰਦਰ ਕੀਤਾ ਤਾਂ 3 ਮੁੰਡੇ ਹੋਰ ਆ ਗਏ। ਉਹ ਰੇਨੂ ਨਾਲ ਮਜ਼ਾਕੀਏ ਅੰਦਾਜ਼ 'ਚ ਜਾਣ ਪਹਿਚਾਣ ਕਰਨ ਲੱਗੇ। ਇੰਨੇ ਨੂੰ ਇੱਕ ਹੋਰ ਮੁੰਡਾ ਆਇਆ। ਉਸਨੇ ਦਰਵਾਜ਼ਾ ਬੰਦ ਕੀਤਾ ਤੇ ਰੇਨੂ ਦਾ ਸੂਟਕੇਸ ਫੜਨਾ ਚਾਹਿਆ, ਪਰ ਰੇਨੂ ਨੇ ਮਨਾ ਕਰ ਦਿੱਤਾ। ਉਸਨੇ ਕਿਹਾ, ਘਬਰਾ ਨਾ, ਸਾਡੇ ਨਾਲ ਪਹਿਲਾਂ ਵੀ ਬਹੁਤ ਕੁੜੀਆਂ ਰਹਿ ਚੁੱਕੀਆਂ ਨੇ, ਤੈਨੂੰ ਡਰਨ ਦੀ ਲੋੜ ਨਹੀਂ। ਰੇਨੂ ਨੂੰ ਮੁੰਡਾ ਥੋੜਾ ਸਿਆਣਾ ਲੱਗਿਆ, ਪਰ ਕੁਝ ਰੇਨੂ ਦੇ ਹਾਣ ਦੇ ਮੁੰਡੇ ਸੀ, ਉਹਨਾਂ ਦੀ ਅੱਖ ਰੇਨੂ ਨੂੰ ਠੀਕ ਨਾ ਲੱਗੀ। ਰੇਨੂ ਦਰਵਾਜ਼ੇ ਤੋਂ ਅੰਦਰ ਗਈ ਤਾਂ ਉਸਨੇ ਦੇਖਿਆ ਕਿ ਸਿਰਫ ਇੱਕ ਹੀ ਕਮਰਾ ਸੀ। ਉਸ ਵਿੱਚ 6 ਗੱਦੇ ਹੇਠਾਂ ਹੀ ਲੱਗੇ ਹੋਏ ਸੀ। ਨਾਲ ਹੀ ਇੱਕ ਰਸੋਈ ਸੀ ਤੇ ਇੱਕ ਹੀ ਬਾਥਰੂਮ। 2 ਅਲਮਾਰੀਆਂ ਸੀ ਜਿਨ੍ਹਾਂ ਉੱਤੇ ਸਾਰਿਆਂ ਦੇ ਸੂਟਕੇਸ ਰੱਖੇ ਹੋਏ ਸੀ। ਰੇਨੂ ਨੂੰ ਸੋਚ ਕੇ ਡਰ ਲੱਗ ਰਿਹਾ ਸੀ ਕਿ ਇੱਥੇ ਤਾਂ ਕੋਈ ਪ੍ਰਾਈਵੇਸੀ ਵੀ ਨਹੀਂ। ਉਸਦੇ ਮਨ 'ਚ ਬਹੁਤ ਡਰਾਵਣੇ ਖਿਆਲ ਆ ਰਹੇ ਸੀ। ਉਹ ਕਮਰੇ ਦੀ ਨੁੱਕੜ 'ਚ ਪਏ ਸੋਫੇ ਤੇ ਜਾ ਬੈਠੀ। ਉਸਨੇ ਪੁੱਛਿਆ, ਇੱਕ ਹੀ ਕਮਰਾ? ਮਤਲਬ ਮੈਂ ਕਿੱਥੇ ਸੌਵਾਂਗੀ? ਸਾਰੇ ਹੱਸਣ ਲੱਗ ਪਏ। ਸ਼ਰਾਰਤੀ ਅਨਸਰ ਤਾਂ ਮੁੱਛਾਂ ਨੂੰ ਵੱਟ ਚਾੜਨ ਲੱਗੇ। ਉਹ ਇੱਕ ਦੂਜੇ ਦੇ ਕੰਨ 'ਚ ਕੁਝ ਬੋਲ ਕੇ ਹੱਸਣ ਲੱਗੇ। ਰੇਨੂ ਨੇ ਸੋਚਿਆ, ਮੈਂ ਅੱਜ ਦੀ ਰਾਤ ਜਾ ਕੇ ਹੀ ਕੱਟ ਲਵਾਂਗੀ, ਕੱਲ ਕਿਧਰੇ ਹੋਰ ਕਮਰਾ ਲੈ ਲਵਾਂਗੀ। ਇਹੀ ਆ ਕਿ ਕਿਰਾਇਆ ਖਰਾਬ ਜਾਣਾ ਹੋ ਜਾਣ ਦੇ ਖਰਾਬ ਕਿਰਾਇਆ, ਮੇਰੀ ਇੱਜ਼ਤ ਤੋਂ ਉੱਤੇ ਤਾਂ ਨਹੀਂ। ਉਸਦਾ ਮਨ ਭੈੜੇ ਖਿਆਲਾਂ 'ਚ ਘਿਰਿਆ ਹੋਇਆ ਸੀ। ਉਹਨਾਂ ਵਿੱਚੋਂ ਇੱਕ ਹੀ ਸਿਆਣਾ ਮੁੰਡਾ ਸੀ। ਉਸਨੇ ਰੇਨੂ ਨੂੰ ਆਪਣੀ ਪਹਿਚਾਣ ਕਰਵਾਈ। ਮੇਰਾ ਨਾਮ ਗੁਰਸੇਵਕ ਸਿੰਘ ਆ। ਮੈਨੂੰ ਇੱਥੇ ਆਏ ਹੋਏ 8 ਸਾਲ ਹੋ ਗਏ। ਜਾਰਾਂ ਤੋਂ ਆਈਲੈਟਸ 'ਚ 7 ਈਸਟ ਬੈਂਡ ਲੈ ਨਹੀਂ ਹੋਏ। ਜਾਰ ਉਨੀ ਸਟੱਡੀ ਦੇ ਸਿਰ ਤੇ ਹੀ ਬੈਠੇ ਆ। ਸਾਰੇ ਹੱਸਣ ਲੱਗ ਪਏ। ਉਹ ਹਰ ਨਿੱਕੀ ਨਿੱਕੀ ਗੱਲ ਤੇ ਹੱਸੀ ਜਾ ਰਹੇ ਸੀ। ਰੇਨੂ ਉਹਨਾਂ 'ਚ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਸੀ। ਗੁਰਸੇਵਕ ਨੇ ਉਸਨੂੰ ਕੌਫੀ ਦਿੱਤੀ ਤੇ ਕਿਹਾ, ਕੁਝ ਖਾਣਾ ਏ ਤਾਂ ਬਣਾ ਲਈ। ਅਸੀਂ ਤਾਂ ਖਾ ਚੁੱਕੇ ਹਾਂ। ਰੇਨੂ ਉਸ ਬਰਾਤ ਭੁੱਖੀ ਹੀ ਰਹੀ। ਉਸ ਨੂੰ ਆਪਣੀ ਮਾਂ ਦੇ ਬਣਾਏ ਹੋਏ ਆਲੂ ਦੇ ਪਰਾਂਠੇ ਯਾਦ ਆ ਰਹੇ ਸੀ। ਉਸਨੇ ਸੋਚਿਆ, ਬਾਹਰ ਆਉਣਾ ਉਹਦੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਹੈ। ਗੁਰਸੇਵਕ ਨੇ ਕਿਹਾ, ਮੈਂ ਕੰਮ ਤੇ ਚੱਲਾਂ, ਕੁੜੀ ਨੂੰ ਤੰਗ ਨਹੀਂ ਕਰਨਾ ਕਿਸੇ ਨੇ। ਉਹ ਕਹਿ ਕੇ ਬਾਹਰ ਨਿਕਲ ਗਿਆ। ਰੇਨੂ ਨੂੰ ਉਸਦੇ ਹੁੰਦੇ ਥੋੜਾ ਠੀਕ ਵੀ ਲੱਗਦਾ ਸੀ। ਹੁਣ ਤਾਂ ਉਸਦੇ ਮਨ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਸਾਰੇ ਉਸ ਨੂੰ ਇੱਕ ਟੱਕ ਦੇਖੀ ਜਾ ਰਹੇ ਸੀ। ਉਹਨਾਂ ਨੇ ਲਾਈਟ ਬੰਦ ਕਰ ਦਿੱਤੀ। ਰੇਨੂ ਦੇ ਅੰਦਰ ਡਰ ਕਾਰਨ ਉਹ ਰੋਣ ਲੱਗੀ ਤੇ ਲਾਈਟ ਬਲਦੀ ਰਹਿਣ ਦੇ ਲਈ ਕਿਹਾ। ਇੱਕ ਮੁੰਡੇ ਨਾਲ ਦੇ ਮੁੰਡੇ ਨੂੰ ਹੌਲੀ ਆਵਾਜ਼ 'ਚ ਕਹਿ ਰਿਹਾ ਸੀ ਕਿ ਜਾਨਵਰਾਂ ਅਸੀਂ, ਮੰਨਿਆ ਸੋਹਣੀ ਆ ਪਰ ਇੰਨੇ ਵੀ ਹਵਸੀ ਨਹੀਂ ਅਸੀਂ। ਨਾਲੇ ਜਿਹੜੀ ਇੱਜ਼ਤ ਅੱਜ ਬੜੀ ਸਾਂਭੀ ਬੈਠੀ ਆ, ਕੱਲ ਨੂੰ ਆਪਣੀ ਮਰਜ਼ੀ ਨਾਲ ਫਿਰੇਂਗੀ ਸੌਂਪਦੀ। ਰੋਜ਼ ਆਉਂਦੀਆਂ ਨੇ ਇੱਥੇ ਤੇਰੇ ਵਰਗੀਆਂ। ਉਹ ਭਾਵੇਂ ਧੀਮੀ ਆਵਾਜ਼ 'ਚ ਬੋਲਿਆ, ਪਰ ਰੇਨੂ ਨੇ ਸੁਣ ਲਿਆ ਸੀ। ਰੇਨੂ ਨੇ ਉਸਦੇ ਸ਼ਬਦਾਂ ਨੂੰ ਗੌਰ ਨਾਲ ਸੁਣਿਆ ਤੇ ਉਹ ਅੰਦਰ ਤੱਕ ਟੁੱਟ ਗਈ। ਉਹ ਸੋਚਣ ਲੱਗੀ, ਮੈਨੂੰ ਨਹੀਂ ਸੀ ਪਤਾ ਕਿ ਪ੍ਰਦੇਸ ਇੰਨਾ ਕਰੂਪ ਵੀ ਆ। ਮੈਨੂੰ ਤਾਂ ਇਹਦੀ ਮਨਮੋਹਣੀ ਸ਼ਕਲ ਨੇ ਹੀ ਮੋਹ ਲਿਆ ਸੀ। ਰੇਨੂ ਲਈ ਉਹ ਬਰਾਤ ਬੜੀ ਕਹਿਰ ਦੀ ਸੀ। ਉਹ ਸੋਚਾਂ 'ਚ ਖੋਈ ਬੈਠੀ ਸੀ ਕਿ ਕੁਝ ਕੁ ਘੰਟਿਆਂ 'ਚ ਚਾਅ ਉਤਰ ਗਿਆ। ਮੇਰਾ ਤਾਂ ਪ੍ਰਦੇਸ ਤੋਂ ਉਸ ਨੂੰ ਆਪਣੇ ਪਾਪਾ ਦੀ ਸਭ ਤੋਂ ਵੱਧ ਯਾਦ ਆ ਰਹੀ ਸੀ। ਸਾਰੇ ਮੁੰਡੇ ਸੌਂ ਚੁੱਕੇ ਸੀ, ਪਰ ਰੇਨੂ ਨੂੰ ਨੀਂਦ ਨਹੀਂ ਆ ਰਹੀ ਸੀ।
ਉਹ ਸੋਫੇ ਉੱਤੇ ਬੈਠੀ ਸੀ ਤੇ ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗੀ। ਜਦੋਂ ਉਸ ਨੂੰ ਜਾਗ ਆਈ ਤਾਂ ਉਸਨੇ ਦੇਖਿਆ ਘਰ ਵਿੱਚ ਕੋਈ ਵੀ ਨਹੀਂ ਸੀ। ਉਸ ਉੱਤੇ ਕਿਸੇ ਨੇ ਕੰਬਲ ਓੜ ਦਿੱਤਾ। ਉਸਨੇ ਉੱਠਦਿਆਂ ਦੇਖਿਆ ਤਾਂ ਰਸੋਈ ਵਿੱਚ ਇੱਕ ਆਮਲੇਟ, ਬ੍ਰੈਡ ਤੇ ਇੱਕ ਕੱਪ ਦੁੱਧ ਅਵਨ 'ਚ ਰੱਖਿਆ ਹੋਇਆ ਸੀ। ਅਵਨ ਤੇ ਇੱਕ ਪਰਚੀ ਲੱਗੀ ਸੀ, ਰੇਨੂ ਦਾ ਬ੍ਰੇਕਫਾਸਟ। ਰੇਨੂ ਨੂੰ ਪੜ੍ਹ ਕੇ ਬਹੁਤ ਹਾਸੀ ਆਈ। ਉਸਨੇ ਸੋਚਿਆ ਕਿ ਮੈਂ ਕਿੰਨਾ ਡਰੀ ਹੋਈ ਸੀ ਰਾਤੀਂ। ਮੈਂ ਇਹਨਾਂ ਨੂੰ ਕਿਵੇਂ ਸ਼ੱਕ ਨਾਲ ਦੇਖਦੀ ਸੀ ਤੇ ਇਹ ਮੇਰੇ ਲਈ ਬ੍ਰੇਕਫਾਸਟ ਵੀ ਬਣਾ ਕੇ ਗਏ। ਰੇਨੂ ਖਾਣਾ ਖਾ ਰਹੀ ਸੀ ਕਿ ਉਸਨੂੰ ਬਾਥਰੂਮ 'ਚੋਂ ਗਾਣਾ ਗਾਉਣ ਦੀ ਬੇਸੁਰੀ ਆਵਾਜ਼ ਆਈ। ਰੇਨੂ ਧਿਆਨ ਨਾਲ ਸੁਣਨ ਲੱਗੀ ਤਾਂ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ ਤੇ ਗੁਰਸੇਵਕ ਸਹਿਜ ਸੁਭਾਅ ਬਾਹਰ ਆਇਆ। ਰੇਨੂ ਨੇ ਇੱਕਦਮ ਦੂਜੇ ਪਾਸੇ ਮੂੰਹ ਫੇਰਿਆ। ਗੁਰਸੇਵਕ ਦੌੜ ਕੇ ਬਾਥਰੂਮ ਵਿੱਚ ਦੁਬਾਰਾ ਜਾ ਵੜਿਆ ਤੇ ਉੱਚੀ ਉੱਚੀ ਕਹਿਣ ਲੱਗਾ, ਸੌਰੀ, ਮੈਨੂੰ ਚੇਤਾ ਹੀ ਭੁੱਲ ਗਿਆ ਸੀ ਤੁਹਾਡਾ। ਰੇਨੂ ਕੱਪ ਲੈ ਕੇ ਬਾਹਰ ਨਿਕਲ ਗਈ ਤੇ ਕਿਹਾ, ਇਟਸ ਓਕੇ, ਮੈਂ ਬਾਹਰ ਜਾ ਰਹੀ ਹਾਂ, ਤੁਸੀਂ ਆਰਾਮ ਨਾਲ ਹੋ ਜਾਓ ਫਰੈਸ਼। ਉਹ ਹੱਸਣ ਲੱਗੀ। ਗੁਰਸੇਵਕ ਵੀ ਮੱਥੇ ਤੇ ਹੱਥ ਮਾਰ ਹੱਸਣ ਲੱਗਾ। ਗੁਰਸੇਵਕ ਨੇ ਕੱਪੜੇ ਪਾਏ ਤੇ ਰੇਨੂ ਦੇ ਕੋਲ ਬਾਹਰ ਬਣੇ ਪੋਰਚ ਵਿੱਚ ਜਾ ਕੇ ਬੈਠਾ। ਰੇਨੂ ਗੁਰਸੇਵਕ ਨੂੰ ਆਪਣੇ ਘਰ ਬਾਰੇ ਦੱਸਦੀ ਹੈ ਤੇ ਗੁਰਸੇਵਕ ਵੀ ਉਸ ਨਾਲ ਜਾਣ ਪਹਿਚਾਣ ਵਧਾਉਣ ਲਈ ਆਪਣੇ ਘਰ ਬਾਰੇ ਦੱਸਦਾ ਹੈ ਕਿ ਮੇਰੀ ਇੱਕ ਛੋਟੀ ਭੈਣ ਹੈ, ਉਹ ਕੈਨੇਡਾ ਚਲੀ ਗਈ ਸੀ 2 ਸਾਲ ਪਹਿਲਾਂ। ਰੇਨੂ, ਕਿਉਂ ਕੈਨੇਡਾ ਕਿਉਂ? ਗੁਰਸੇਵਕ, ਇੱਥੇ ਆਪਾਂ ਕਿਸੇ ਨੂੰ ਪੱਕੇ ਤੌਰ ਤੇ ਨਹੀਂ ਬੁਲਾ ਸਕਦੇ, ਘਰ ਦੇ ਘੁੰਮਣ ਲਈ ਆ ਸਕਦੇ ਨੇ, ਪਾਰਟਨਰ ਹੀ ਪੱਕਾ ਆ ਸਕਦਾ ਬਸ। ਕੈਨੇਡਾ ਸਾਰੀ ਫੈਮਿਲੀ ਸੈੱਟ ਹੋ ਸਕਦੀ ਆ, ਮੇਰੀ ਤਾਂ ਮਜਬੂਰੀ ਸੀ ਇੱਥੇ ਆਉਣਾ। ਬੈਂਡ ਹੀ 5.5 ਸੀ, ਕੈਨੇਡਾ ਦਾ ਬਣਿਆ ਨਹੀਂ। ਰੇਨੂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ। ਉਸਨੇ ਤਾਂ ਆਪਣੇ ਭਰਾ ਵੀ ਸੈੱਟ ਕਰਨ ਦਾ ਸੋਚਿਆ ਸੀ। ਉਸ ਨੂੰ ਆਪਣੇ ਸੁਪਨਿਆਂ ਦਾ ਤਾਣਾ ਉਧੜਦਾ ਦਿਖਾਈ ਦੇ ਰਿਹਾ ਸੀ ਕਿ ਕੀ ਸੋਚਿਆ ਸੀ ਤੇ ਕੀ ਨਿਕਲਿਆ। ਰੇਨੂ ਸੋਚ ਰਹੀ ਸੀ ਕਿ ਅਸੀਂ ਹੀ ਗਲਤ ਹਾਂ, ਜੰਟ ਦੇ ਦਿਖਾਵੇ ਝੂਠੇ ਸੁਪਨਿਆਂ ਤੇ ਯਕੀਨ ਕਰਕੇ ਤੁਰ ਆਉਂਦੇ ਹਾਂ। ਪੜ੍ਹੇ ਲਿਖੇ ਹੋ ਕੇ ਵੀ ਕਦੇ ਨਹੀਂ ਸੋਚਦੇ ਕਿ ਹਰ ਦੇਸ਼ ਦੀ ਆਪਣੀ ਅਫੀਸ਼ੀਅਲ ਇਮੀਗ੍ਰੇਸ਼ਨ ਸਾਈਟ ਹੁੰਦੀ ਆ, ਜਿੱਥੇ ਸਾਰੇ ਨਿਯਮ, ਸਾਰੇ ਕਾਨੂੰਨ ਦੱਸੇ ਹੁੰਦੇ ਨੇ। ਰੇਨੂ ਖਿਆਲਾਂ 'ਚ ਗੋਤੇ ਖਾ ਰਹੀ ਸੀ ਤਾਂ ਗੁਰਸੇਵਕ ਵੀ ਉੱਠ ਕੇ ਚਲਾ ਗਿਆ। ਇੰਨੇ ਨੂੰ ਸਰਜੀਤ ਆਪਣੇ ਘਰ ਦੇ ਪੋਰਚ 'ਚੋਂ ਰੇਨੂ ਨੂੰ ਬੁਲਾਉਂਦੀ ਹੈ। ਰੇਨੂ ਉੱਠ ਕੇ ਉਸਦੇ ਕੋਲ ਜਾ ਕੇ ਬੈਠਦੀ ਹੈ। ਸਰਜੀਤ ਰੇਨੂ ਨੂੰ ਕਹਿੰਦੀ ਹੈ ਕਿ ਇੱਥੇ ਕੰਮ ਲੱਭ ਕੇ ਆਈ ਸੀ ਕਿ ਅਜੇ ਲੱਭਣਾ ਏ। ਏਜੰਟ ਦਾ ਬੰਦਾ ਆਵੇਗਾ, ਉਸਨੇ ਹੀ ਦੱਸਣਾ ਕੀ ਕਰਨਾ, ਕਿੱਥੇ ਕਰਨਾ ਕੰਮ। ਸਰਜੀਤ, ਠੀਕ ਆ, ਵੈਸੇ ਕੰਮ ਇੱਥੇ ਦੂਰ ਹੀ ਮਿਲਦੇ ਨੇ। ਰੇਨੂ, ਤੁਸੀਂ ਕੀ ਕਰਦੇ ਹੋ? ਸਰਜੀਤ, ਮੈਂ ਕਈ ਜਗ੍ਹਾ ਕੰਮ ਕਰਦੀ ਹਾਂ, ਸਵੇਰੇ 4 ਵਜੇ ਚੱਲਦੀ ਹਾਂ ਘਰੋਂ, ਰਾਤੀ 11-12 ਵੱਜ ਜਾਂਦੇ ਨੇ, ਵੀਕਐਂਡ ਨੂੰ ਫੁੱਲ ਨਾਈਟ ਹੁੰਦੀ ਆ। ਉਹ ਬੁੱਲ ਚਬਾ ਕੇ ਕਹਿੰਦੀ ਹੈ। ਰੇਨੂ, ਫਿਰ ਸੌਂਦੇ ਕਦੋਂ ਆ? ਹੈਰਾਨੀ ਨਾਲ। ਸਰਜੀਤ ਹੱਸਦੀ ਹੋਈ, ਚੱਲਦਾ ਸਭ ਉਵੇਂ ਹੀ ਹੋ ਜਾਂਦਾ। ਇੰਨੇ ਨੂੰ ਉਹੀ ਡਰਾਈਵਰ ਆਉਂਦਾ ਹੈ ਜੋ ਰਾਤ ਨੂੰ ਰੇਨੂ ਨੂੰ ਛੱਡ ਕੇ ਗਿਆ ਸੀ। ਰੇਨੂ ਉਸ ਕੋਲ ਜਾਂਦੀ ਹੈ। ਉਹ ਉਸ ਨੂੰ ਨਾਲ ਜਾਣ ਲਈ ਕਹਿੰਦਾ ਹੈ। ਰੇਨੂ ਚਲੀ ਜਾਂਦੀ ਹੈ। ਉਹ ਏਜੰਟ ਦਾ ਬੰਦਾ ਰੇਨੂ ਨੂੰ ਮਿਲਦਾ ਹੈ ਤੇ ਉਹ ਉਸ ਨੂੰ ਕੁਝ ਜ਼ਰੂਰੀ ਕਾਰਡ ਬਣਵਾਉਣ 'ਚ ਮਦਦ ਕਰ ਦਿੰਦਾ ਹੈ। ਉਹ ਉਸ ਨੂੰ ਇੱਕ ਪੀਜ਼ਾ ਹੱਬ ਤੇ ਕੰਮ ਲਗਵਾ ਦਿੰਦਾ ਹੈ। ਸ਼ਾਮੀ ਰੇਨੂ ਵਾਪਸ ਆਉਂਦੀ ਹੈ। ਗੁਰਸੇਵਕ ਉਸ ਨੂੰ ਪੁੱਛਦਾ ਹੈ, ਕਿਵੇਂ ਰਿਹਾ ਰੇਨੂ ਤੇਰਾ ਦਿਨ? ਰੇਨੂ, ਠੀਕ ਸੀ, ਕੰਮ ਬਹੁਤ ਦੂਰ ਆ, ਇੰਨੀ ਦੂਰ ਆਉਣਾ ਜਾਣਾ ਮੁਸ਼ਕਲ ਆ। ਇੰਨੇ ਨੂੰ ਸਾਰੇ ਮੁੰਡੇ ਘਰ ਆ ਗਏ। ਉਹ ਰੇਨੂ ਨੂੰ ਰੋਂਦੀ ਕਹਿ ਕੇ ਚਿੜਾ ਰਹੇ ਸੀ। ਰੇਨੂ ਹੱਸਣ ਲੱਗ ਪਈ। ਫਿਰ ਸਾਰਿਆਂ ਨੇ ਮਿਲ ਕੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਕੋਈ ਪਿਆਜ਼ ਕੱਟਣ ਲੱਗਾ, ਕੋਈ ਸਬਜ਼ੀ, ਕੋਈ ਆਟਾ ਗੁੰਨ ਰਿਹਾ ਸੀ ਤੇ ਕੋਈ ਬਰਤਨ ਸਾਫ਼ ਕਰਨ ਲੱਗਾ। ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਸੀ। ਰੇਨੂ ਵੀ ਉਹਨਾਂ ਦੀ ਮਦਦ ਨਾਲ ਕਰਨ ਲੱਗੀ। ਰੇਨੂ ਨੇ ਸਾਰਿਆਂ ਲਈ ਫੁਲਕੇ ਬਣਾਏ। ਸਾਰੇ ਜਾਣ ਬੁੱਝ ਕੇ ਰੇਨੂ ਨੂੰ ਚਿੜਾ ਰਹੇ ਸੀ ਕਿ ਇਹ ਕਿਹੜੇ ਦੇਸ਼ ਦਾ ਨਕਸ਼ਾ ਏ। ਸਾਰਿਆਂ ਦੇ ਹਾਸੇ ਨੇ ਘਰ ਵਿੱਚ ਰੌਣਕ ਲਗਾ ਦਿੱਤੀ। ਰੇਨੂ ਸੋਚ ਰਹੀ ਸੀ ਕਿ ਸਾਰੇ ਮੁੰਡੇ ਗਲਤ ਨਹੀਂ ਹੁੰਦੇ, ਮੈਂ ਇਹਨਾਂ ਬਾਰੇ ਕਿੰਨਾ ਗਲਤ ਸੋਚਦੀ ਸੀ। ਰੇਨੂ ਦੇ ਹਾਣ ਦੇ ਮੁੰਡੇ ਉਸ ਨੂੰ ਜਾਣ ਬੁੱਝ ਕੇ ਚੜਾਈ ਜਾ ਰਹੇ ਸੀ ਕਿ ਅੱਜ ਰਾਤ ਨੂੰ ਇੱਥੇ ਸੌਂ ਜੀ ਰੇਨੂ। ਨਾਲੇ ਹੱਸੀ ਜਾ ਰਹੇ ਸੀ ਕਿਉਂਕਿ ਰਾਤ ਨੂੰ ਸੌਣ ਵੇਲੇ ਰੇਨੂ ਦਾ ਵਰਤਾਓ ਉਹਨਾਂ ਨਾਲ ਅਜੀਬ ਸੀ। ਖਾਣਾ ਖਾ ਕੇ ਸਭ ਥੋੜ੍ਹੀ ਦੇਰ ਗੱਲਾਂ ਕਰਨ ਬੈਠੇ। ਉਹਨਾਂ ਨੇ ਇੱਕ ਦੂਜੇ ਦੇ ਪੁੱਠੇ ਨਾਮ ਰੱਖੇ ਹੋਏ ਸੀ। ਉਹ ਰੇਨੂ ਨੂੰ ਦੱਸਣ ਲੱਗੇ, ਇਹਦਾ ਨਾਮ ਬੱਲੂ ਆ, ਇਹ ਜੱਗੀ ਆ ਤੇ ਇਹ ਡੌਲੀ। ਸਾਰੇ ਹੱਸਣ ਲੱਗ ਪਏ। ਰੇਨੂ, ਡੌਲੀ ਇਹ ਤਾਂ ਕੁੜੀਆਂ ਵਾਲਾ। ਨਹੀਂ, ਮੇਰਾ ਨਾਮ ਜਸਦੀਪ ਆ। ਮੇਰੀ ਮੰਮੀ ਨਿੱਕੇ ਹੁੰਦੇ ਦੇ ਫਰਾਕ ਪਾ ਦਿੰਦੀ ਸੀ ਤੇ ਡੌਲੀ ਕਹਿੰਦੀ ਹੁੰਦੀ ਸੀ ਮੈਨੂੰ। ਉਹ ਹੱਸਣ ਲੱਗ ਪਏ। ਬੱਲੂ, ਰੇਨੂ ਤੈਨੂੰ ਔਖਾ ਤਾਂ ਲੱਗਣਾ, ਇੱਥੇ ਤੂੰ ਕੁੜੀਆਂ ਨਾਲ ਘਰ ਵੇਖ ਲਾ ਕਿਤੇ। ਰੇਨੂ ਕਹਿੰਦੀ, ਹਾਂ, ਮੈਂ ਅੱਜ ਸਰਜੀਤ ਦੀਦੀ ਨੂੰ ਮਿਲੀ ਸੀ, ਦੇਖਦੀ ਆ, ਉਹਨਾਂ ਨਾਲ ਹੀ ਐਡਜਸਟ ਹੋ ਜਾਵਾਂਗੀ। ਸਰਜੀਤ ਦਾ ਨਾਮ ਸੁਣ ਕੇ ਸਨਾਟਾ ਹੀ ਪੈ ਗਿਆ। ਸਾਰੇ ਸੌਣ ਲੱਗ ਪਏ। ਜਸ ਨੇ ਪੁੱਛਿਆ, ਲਾਈਟ ਬੰਦ ਕਰ ਦੇਵਾਂ ਰੇਨੂ? ਰੇਨੂ ਨੇ ਹਾਂ 'ਚ ਸਿਰ ਹਿਲਾ ਕੇ ਕਿਹਾ। ਰੇਨੂ ਸੋਫੇ ਤੇ ਸੌਂ ਗਈ। ਦੂਜੇ ਦਿਨ ਉਹਨਾਂ ਨੂੰ ਛੁੱਟੀ ਸੀ।
ਉਹ ਘੁੰਮਣ ਜਾਣ ਲਈ ਕਹਿਣ ਲੱਗੇ। ਜੱਗੀ ਨੇ ਰੇਨੂ ਨੂੰ ਕਿਹਾ, ਤੂੰ ਵੀ ਚੱਲਣਾ ਏ? ਰੇਨੂ ਕਹਿੰਦੀ, ਨਹੀਂ ਜੱਗੀ ਇੱਥੇ ਵੀ ਕੀ ਕਰਨਾ, ਉਹ ਸਰਜੀਤ ਦੀਦੀ ਕੋਲ ਹੀ ਬੈਠਾ ਨਾ। ਸਾਰੇ ਜੱਗੀ ਵੱਲ ਘੂਰੀ ਵੱਟ ਰਹੇ ਸੀ। ਰੇਨੂ, ਤੁਸੀਂ ਸਾਰੀਆਂ ਕੁੜੀਆਂ ਨਾਲ ਇਵੇਂ ਹੀ ਵਰਤਾਓ ਕਰਦੇ ਹੋ? ਬੱਲੂ, ਨਾ ਹੀ ਪੁੱਛ, ਇੱਥੇ ਕੋਈ ਹੱਲ ਨਹੀਂ ਕੁੜੀਆਂ ਦਾ। ਬੱਲੂ ਹੌਂਕੇ ਲੈ ਕੇ ਕਹਿਣ ਲੱਗਾ, ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ, ਪਰ ਹਾਲਾਤ ਐਸੀਆਂ ਗਲਤੀਆਂ ਕਰਵਾ ਦਿੰਦਾ ਹੈ। ਉਹ ਉੱਠ ਕੇ ਬਾਹਰ ਚਲਾ ਜਾਂਦਾ ਏ। ਗੁਰਸੇਵਕ ਰੇਨੂ ਨੂੰ ਕਹਿੰਦਾ ਏ, ਜਾਣਾ ਤਾਂ ਚੱਲ, ਤੂੰ ਵੀ ਸਾਡੇ ਨਾਲ, ਦੇਖ ਲੈ ਸਿਡਨੀ ਕੰਮ ਜਾ ਲੱਗ ਗਈ, ਫਿਰ ਕਿੱਥੇ ਜਾ ਹੋਣਾ। ਰੇਨੂ ਮਨਾ ਕਰ ਦਿੰਦੀ ਹੈ, ਕਿਉਂਕਿ ਉਹ ਭਾਵੇਂ ਉਹਨਾਂ 'ਤੇ ਯਕੀਨ ਕਰ ਸਕਦੀ ਸੀ, ਪਰ ਫਿਰ ਵੀ ਉਹ ਹਰ ਕਦਮ 'ਤੇ ਅਹਿਸੀਅਤ ਵਰਤ ਰਹੀ ਸੀ। ਉਹ ਸਾਰੇ ਚਲੇ ਗਏ। ਰੇਨੂ ਰਾਤ ਦਾ ਖਾਣਾ ਬਣਾ ਰਹੀ ਸੀ ਤੇ ਸਰਜੀਤ ਆ ਗਈ। ਉਹ ਉਸਨੂੰ ਕਹਿਣ ਲੱਗੀ, ਕੰਮ ਮਿਲ ਗਿਆ ਤੈਨੂੰ? ਰੇਨੂ, ਹਾਂ ਦੀਦੀ। ਸਰਜੀਤ ਕਿੱਥੇ? ਰੇਨੂ, ਸਿਡਨੀ 'ਚ ਹੀ ਆ, ਪੀਜ਼ਾ ਹੱਟ 'ਤੇ। ਸਰਜੀਤ, ਅੱਛਾ, ਕਿੰਨੀ ਕੁ ਕਮਾਈ ਹੋਵੇਗੀ ਉੱਥੇ ਉਸਦੇ ਨਾਲ? ਰੇਨੂ, ਪਤਾ ਨਹੀਂ ਦੀਦੀ, ਅਜੇ ਪੁੱਛਿਆ ਨਹੀਂ, ਤੁਹਾਨੂੰ ਤਾਂ ਪਤਾ ਹੋਣਾ। ਸਰਜੀਤ, ਹਾਂ ਅਸੀਂ ਕੰਮ ਕੀਤਾ ਉੱਥੇ ਇੱਕ ਸਮੈਸਟਰ ਦੀ ਫੀਸ ਨਹੀਂ ਭਰ ਹੋਈ, ਘਰੋਂ ਪੈਸੇ ਮੰਗਵਾਏ। ਇੱਥੇ ਖਰਚ ਬਹੁਤ ਆ, ਨਾ ਮੈਡੀਕਲ ਫ੍ਰੀ, ਰੋਜ਼ ਦਾ ਖਾਣਾ ਪੀਣਾ, 2-2 ਘੰਟੇ ਦਾ ਸਫ਼ਰ ਕਰਕੇ ਕੰਮ 'ਤੇ ਜਾਣਾ। ਕਈਆਂ ਦੇ ਤਾਂ ਕਾਲਜ ਜਾਣ ਨੂੰ ਹੀ 2 ਘੰਟੇ ਲੱਗ ਜਾਂਦੇ ਆ, ਕਿਰਾਇਆ ਘਰ ਦਾ, ਬੱਸਾਂ ਦਾ, ਬਹੁਤ ਖਰਚੇ ਆੜੀਏ, ਨਹੀਂ ਹੁੰਦੇ ਪੂਰੇ। ਕੁੜੀਆਂ ਤਾਂ ਘਰੋਂ ਮੰਗਵਾ ਲੈਂਦੀਆਂ ਨੇ ਜੋ ਅਮੀਰ ਆ ਭਾਈ, ਕਈਆਂ ਤਾਂ ਵਿਚਾਰੀਆਂ ਘਰ ਨੂੰ ਮੁੜਨ ਦੀ ਸੋਚਦੀਆਂ ਨੇ। ਸਰਜੀਤ ਲਗਾਤਾਰ ਬੋਲੀ ਜਾ ਰਹੀ ਸੀ। ਉਸ ਦੇ ਬੋਲਾਂ ਨੇ ਰੇਨੂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਉਹ ਸੋਚਣ ਲੱਗੀ ਕਿ ਪਾਪਾ ਨਾ ਤਾਂ ਹੋਰ ਪੈਸੇ ਭੇਜਣ ਦੀ ਹਾਲਤ 'ਚ ਨੇ ਤੇ ਨਾ ਹੀ ਮੈਂ ਵਾਪਸ ਮੁੜ ਸਕਦੀ ਹਾਂ। ਸਰਜੀਤ, ਤੂੰ ਟੈਨਸ਼ਨ ਨਾ ਲੈ, ਮੈਂ ਵੀ ਪਾਰਟ ਟਾਈਮ ਕਰਦੀ ਹਾਂ ਕੰਮ, ਤੈਨੂੰ ਉੱਥੇ ਲਵਾ ਦੇਵਾਂਗੀ। ਬਾਹਰ ਗੱਡੀ ਦੀ ਆਵਾਜ਼ ਆਈ। ਸਰਜੀਤ ਨੇ ਕਿਹਾ, ਮੈਂ ਚੱਲਦੀ ਹਾਂ, ਕੱਲ ਚੱਲੀ ਜੇ ਜਾਣਾ ਕੰਮ, ਸਵੇਰੇ 8 ਵਜੇ। ਤੇ ਐਨੇ ਤਾਂ ਪੀਜ਼ਾ ਹੱਟ 'ਤੇ ਕੰਮ ਕਰਕੇ ਤੂੰ ਮਹੀਨੇ 'ਚ ਨਹੀਂ ਕਮਾਉਣੇ ਜਿੰਨੇ 2 ਦਿਨਾਂ 'ਚ ਕਮਾ ਲੈਣੇ ਆ। ਸ਼ਨੀਵਾਰ ਐਤਵਾਰ ਡਬਲ ਸ਼ਿਫਟ, ਉਸਨੇ ਅੱਖ ਦਬਾਉਂਦੇ ਹੋਏ ਕਿਹਾ। ਉਹ ਚਲੀ ਗਈ। ਰੇਨੂ ਖੜੀ ਸੋਚ ਰਹੀ ਸੀ ਕਿ ਅਜਿਹਾ ਕਿਹੜਾ ਕੰਮ ਆ ਜਿਸ ਵਿੱਚ ਇੰਨਾ ਪੈਸਾ ਆਏ ਤੇ ਕੁੜੀਆਂ ਸਾਰੀਆਂ ਉਹੀ ਕੰਮ ਕਿਉਂ ਨਹੀਂ ਕਰ ਲੈਂਦੀਆਂ। ਦੇਖਦੇ ਆ ਕੀ ਕੰਮ ਆ। ਇੰਨੇ ਨੂੰ ਸਾਰੇ ਵਾਪਸ ਆ ਗਏ। ਰੇਨੂ ਨਾਲ ਮਿਲ ਕੇ ਸਾਰੇ ਖਾਣਾ ਬਣਾਉਣ ਲੱਗੇ। ਜਸ ਰੇਨੂ ਦੀ ਬਹੁਤ ਮਦਦ ਕਰਦਾ ਸੀ। ਹਰ ਕੰਮ 'ਚ ਉਹ ਉਸਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰਦਾ ਸੀ। ਉਹ ਰੇਨੂ ਦੇ ਹਾਣ ਦਾ ਸੀ ਤੇ ਰੇਨੂ ਨਾਲ ਮਸਤੀ ਕਰਦਾ ਰਹਿੰਦਾ ਸੀ। ਉਹ ਰੇਨੂ ਨੂੰ ਦੱਸਣ ਲੱਗਾ, ਰੇਨੂ ਸਿਡਨੀ ਬਹੁਤ ਸੋਹਣਾ, ਤੂੰ ਵੀ ਚੱਲਦੀ, ਅੱਜ ਬੜੇ ਮਜ਼ੇ ਕੀਤੇ। ਅੱਛਾ ਇਹ ਦੱਸ, ਇਹ ਸਰਜੀਤ ਦੀ ਤੇਰੀ ਕੀ ਕਰਨ ਆਈ ਸੀ? ਰੇਨੂ ਨੂੰ ਪਤਾ ਸੀ ਕਿ ਇਹ ਸਾਰੇ ਮੁੰਡੇ ਸਰਜੀਤ ਨੂੰ ਪਸੰਦ ਨਹੀਂ ਕਰਦੇ, ਪਰ ਕਾਰਨ ਨਹੀਂ ਸੀ ਪਤਾ। ਰੇਨੂ ਹੱਸ ਕੇ ਬਾਹਰ ਪੋਰਚ 'ਚ ਜਾ ਬੈਠੀ। ਉਸਦੇ ਜਵਾਬ ਨਾ ਦੇਣਾ ਜਸ ਨੂੰ ਚੰਗਾ ਨਾ ਲੱਗਾ। ਉਹ ਵੀ ਪੋਰਚ 'ਚ ਜਾ ਬੈਠਾ। ਰੇਨੂ ਨੇ ਕਿਹਾ, ਕੀ ਆ ਤੇਰਾ ਇਹੀ ਕੰਮ ਆ? ਮੇਰੀ ਮਰਜ਼ੀ, ਮੈਨੂੰ ਉਹ ਚੰਗੀ ਲੱਗਦੀ ਆ। ਜਸ, ਠੀਕ ਆ ਕਹਿ ਕੇ ਉੱਠ ਕੇ ਅੰਦਰ ਚਲਾ ਗਿਆ। ਰੇਨੂ ਨੂੰ ਪਤਾ ਸੀ ਕਿ ਜਸ ਉਸ ਨੂੰ ਪਸੰਦ ਕਰਦਾ ਹੈ ਤੇ ਉਹ ਉਸਦੀ ਬਹੁਤ ਫਿਕਰ ਵੀ ਕਰਦਾ, ਪਰ ਰੇਨੂ ਸੋਚਣ ਲੱਗੀ, ਮੈਂ ਇਹ ਸਭ ਸੋਚ ਵੀ ਨਹੀਂ ਸਕਦੀ। ਇਹ ਪਿਆਰ ਮੁਹੱਬਤ ਮੇਰੇ ਬੱਸ ਦੇ ਨਹੀਂ, ਮੇਰੀ ਮੰਜ਼ਿਲ ਇਹ ਨਹੀਂ। ਹਾਲਾਂਕਿ ਉਹ ਵੀ ਜਸ ਦੀਆਂ ਸ਼ਰਾਰਤਾਂ ਨੂੰ ਬਹੁਤ ਪਸੰਦ ਕਰਦੀ ਸੀ, ਪਰ ਉਹ ਆਪਣੇ ਮਨ ਨੂੰ ਕਮਾਂਡ ਦਿੰਦੀ ਹੈ, ਨਹੀਂ ਮੈਂ ਇਹ ਸੋਚ ਵੀ ਨਹੀਂ ਸਕਦੀ, ਅਜੇ ਤਾਂ ਬਹੁਤ ਕੁਝ ਬਣਨਾ ਏ। ਉਹ ਵੀ ਉੱਠ ਕੇ ਅੰਦਰ ਚਲੀ ਜਾਂਦੀ ਆ। ਸਾਰੇ ਉਸ ਨੂੰ ਸਿਡਨੀ ਦੀ ਖੂਬਸੂਰਤੀ ਬਾਰੇ ਦੱਸਦੇ ਆ, ਪਰ ਜਸ ਚੁੱਪਚਾਪ ਲੇਟਿਆ ਸੀ। ਰੇਨੂ ਨੇ ਗੁਰਸੇਵਕ ਨੂੰ ਪੁੱਛਿਆ, ਅੱਛਾ ਤੁਸੀਂ ਸਾਰੇ ਸਰਜੀਤ ਨੂੰ ਪਸੰਦ ਕਿਉਂ ਨਹੀਂ ਕਰਦੇ? ਗੁਰਸੇਵਕ, ਗੱਲ ਪਸੰਦ ਦੀ ਨਹੀਂ, ਬਸ ਕੁਝ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾਂਦੀਆਂ, ਉਹ ਕੁੜੀ ਠੀਕ ਨਹੀਂ। ਰੇਨੂ ਨੇ ਕੁਝ ਹੋਰ ਨਾ ਪੁੱਛਣਾ ਚਾਹਿਆ। ਉਸ ਨੂੰ ਲੱਗਾ ਕਿ ਸ਼ਾਇਦ ਸਰਜੀਤ ਲੜਾਕੇ ਸੁਭਾਅ ਦੀ ਹੋਣੀ ਆ ਜਾਂ ਉਸਦੇ ਕਿਸੇ ਮੁੰਡੇ ਨਾਲ ਸੰਬੰਧ ਹੋਣੇ ਆ, ਪਰ ਮਨ 'ਚ ਸੋਚਦੀ ਮੁਸਕਰਾਈ ਤੇ ਕਹਿਣ ਲੱਗੀ, ਮੈਨੂੰ ਕੀ, ਜੋ ਮਰਜ਼ੀ ਹੋਵੇ, ਨਾਲੇ ਮੇਰੇ ਨਾਲ ਤਾਂ ਵਧੀਆ ਗੱਲ ਕਰਦੀ ਆ। ਸਾਰੇ ਸੌਂ ਗਏ। ਰੇਨੂ ਨੇ ਫੋਨ ਕਰਨਾ ਸੀ। ਉਹ ਬਾਹਰ ਚਲੀ ਗਈ ਤੇ ਉਸਨੇ ਰਾਮ ਲਾਲ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਬਿਲਕੁਲ ਠੀਕ ਆ ਪਾਪਾ, ਮੈਂ ਬਹੁਤ ਖੁਸ਼ ਹਾਂ। ਉਸ ਤੋਂ ਜ਼ਿਆਦਾ ਗੱਲ ਨਹੀਂ ਹੋਈ। ਉਹ ਰੋਣ ਲੱਗ ਪਈ ਤੇ ਫੋਨ ਕੱਟ ਦਿੱਤਾ। ਪਾਪਾ ਨੈਟਵਰਕ ਨਹੀਂ ਆ ਰਿਹਾ। ਉਹ ਅੰਦਰ ਜਾ ਕੇ ਸੌਣ ਲੱਗਦੀ ਆ ਤਾਂ ਸਾਰੇ ਸੌਂ ਗਏ ਸੀ। ਜਸ ਜਿਵੇਂ ਉਸ ਦੀ ਉਡੀਕ ਕਰ ਰਿਹਾ ਸੀ। ਆ ਜਾ ਰੋਂਦੂ, ਇੱਥੇ ਸੌਂ ਜਾ। ਉਹ ਉਸ ਨੂੰ ਚਿੜਾਉਂਦਾ ਰਿਹਾ, ਪਰ ਰੇਨੂ ਦਾ ਚਿੱਤ ਖੰਭ ਲਾ ਕੇ ਉੱਡ ਗਿਆ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਵਾਪਸ ਇੰਡੀਆ ਚਲੀ ਜਾਵੇ। ਉਹ ਜਸ ਨੂੰ ਪੁੱਛਣ ਲੱਗੀ, ਜਸ ਫੀਸ ਰਿਫੰਡ ਹੋ ਸਕਦੀ ਆ? ਜਸ ਉੱਠ ਕੇ ਉਸਦੇ ਕੋਲ ਬੈਠ ਜਾਂਦਾ। ਰੇਨੂ ਦਾ ਭਰਿਆ ਮਨ ਬਹਿ ਜਾਂਦਾ। ਉਹ ਬਹੁਤ ਰੋਂਦੀ ਆ। ਜਸ ਉਸ ਨੂੰ ਚੁੱਪ ਕਰਾਉਂਦਾ ਤੇ ਦੱਸਦਾ ਕਿ ਮੈਂ ਵੀ ਹੁਣੀ ਆਇਆ, ਮਹੀਨਾ ਹੋਇਆ, ਤੂੰ ਤਾਂ ਕੁੜੀਆਂ ਰੋ ਵੀ ਲੈਨੀ ਆ, ਮੈਂ ਤਾਂ ਰੋ ਵੀ ਨਹੀਂ ਸਕਦਾ। ਮੰਮੀ ਪਾਪਾ ਦੀ ਬਹੁਤ ਯਾਦ ਆਉਂਦੀ ਆ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਰੇਨੂ ਉਸ ਵੱਲ ਵੇਖ ਕੇ ਰੋਂਦੀ ਹੋਈ ਹੱਸ ਪੈਂਦੀ ਆ। ਉਸ ਨੂੰ ਰੋਂਦੂ ਕਹਿ ਕੇ ਹਸਾ ਦਿੰਦੀ ਆ। ਜਸ ਉਸ ਨੂੰ ਕਹਿੰਦਾ, ਜਦ ਮੈਂ ਪਿੰਡ ਸੀ ਸਾਰਾ ਦਿਨ ਹੱਸਦੇ ਰਹਿੰਦਾ ਸੀ, ਫਿਰ ਬਹਾਨੇ ਲੱਭਣੇ ਪੈਂਦੇ ਸੀ ਹੱਸਣ ਦੇ। ਹਰ ਛੋਟੀ ਗੱਲ ਉੱਚੀ ਉੱਚੀ ਹੱਸ ਕੇ ਸਾਰਾ ਗਮ ਲੁਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਫਿਰ ਜਸ ਰੇਨੂ ਨੂੰ ਕਹਿੰਦਾ, ਗੁੱਡ ਨਾਈਟ, ਸੌਂ ਜਾ, ਹੁਣ ਕੱਲ੍ਹ ਤੋਂ ਕੰਮ ਜਾਣਾ ਤੂੰ ਵੀ। ਰੇਨੂ ਸਿਰ ਹਿਲਾ ਦਿੰਦੀ ਆ। ਰੇਨੂ ਫਿਰ ਇੱਕ ਹਫ਼ਤਾ ਉੱਥੇ ਕੰਮ 'ਤੇ ਜਾਂਦੀ ਆ। ਉਸ ਤੋਂ ਬਾਅਦ ਉਸਦੇ ਕਾਲਜ ਲੱਗ ਜਾਂਦਾ ਹੈ। ਹੁਣ ਉਸ ਨੂੰ ਔਖਾ ਲੱਗਦਾ। ਕਾਲਜ ਤੇ ਕੰਮ ਉੱਤੇ ਬਹੁਤ ਦੂਰੀ ਸੀ। ਉਸ ਦਾ ਘਰ ਤੋਂ 2 ਘੰਟੇ ਦੀ ਦੂਰੀ 'ਤੇ ਸੀ। ਉਸ ਦੇ ਕਾਲਜ ਵਿੱਚ ਕੁੜੀਆਂ ਨਾਲ ਗੱਲ ਕੀਤੀ ਤੇ ਉਹਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਜਸ ਤੇ ਰੇਨੂ ਵਿੱਚ ਇਹਨਾਂ ਦਿਨਾਂ 'ਚ ਇੱਕ ਬੇਨਾਮ ਰਿਸ਼ਤਾ ਜਨਮ ਚੁੱਕਿਆ ਸੀ। ਰੇਨੂ ਨਾਲ ਹੁਣ 3 ਕੁੜੀਆਂ ਰਹਿੰਦੀਆਂ ਸੀ, ਪਰ ਉਹ ਕੁੜੀਆਂ ਘਰ ਘੱਟ ਹੀ ਰਹਿੰਦੀਆਂ ਸੀ ਤੇ ਉਹਨਾਂ ਦੇ ਕੁਝ ਮੁੰਡਿਆਂ ਨਾਲ ਸੰਬੰਧ ਸੀ। ਉਹ ਅਕਸਰ ਉੱਥੇ ਆਉਂਦੇ ਰਹਿੰਦੇ ਸੀ। ਰੇਨੂ ਨੂੰ ਉਹ ਘਰ ਦਾ ਮਾਹੌਲ ਠੀਕ ਨਹੀਂ ਸੀ ਲੱਗਦਾ, ਪਰ ਮਜਬੂਰੀ ਨੂੰ ਉਹ ਉੱਥੇ ਰਹੀ। ਟੀਨਾ ਉਹਨਾਂ 'ਚੋਂ ਵੱਡੀ ਸੀ ਤੇ ਉਸ ਦੀ ਸਟੱਡੀ ਪੂਰੀ ਹੋ ਗਈ ਸੀ। ਉਹ ਵਰਕ ਪਰਮਿਟ 'ਤੇ ਸੀ। ਰੇਨੂ ਨੇ 1 ਸਮੈਸਟਰ ਦੀ ਫੀਸ ਭਰ ਦਿੱਤੀ ਸੀ ਤੇ ਜਦੋਂ ਉਸਨੇ ਬੈਂਕ ਬੈਲੈਂਸ ਚੈੱਕ ਕੀਤਾ ਤਾਂ ਉਹ ਕੋਲ ਬਹੁਤ ਘੱਟ ਪੈਸੇ ਬਚੇ ਸੀ ਤੇ ਦੂਜੇ ਸਮੈਸਟਰ ਦੀ ਫੀਸ ਵੀ ਸਿਰ 'ਤੇ ਆ ਗਈ ਸੀ। ਰੇਨੂ ਨੂੰ ਫਿਕਰ 'ਚ ਭੁੱਖ ਨਾ ਲੱਗੀ ਤੇ ਨਾ ਹੀ ਨੀਂਦ ਆਈ। ਉਹ ਬੇਚੈਨ ਰਹਿਣ ਲੱਗੀ। ਟੀਨਾ ਨੇ ਉਸ ਨੂੰ ਕਿਹਾ ਕਿ ਦੇਖ ਰੇਨੂ, ਇੱਥੇ ਪੈਸੇ ਦਰਖਤਾਂ ਨੂੰ ਨਹੀਂ ਲੱਗਦੇ, ਸਭ ਪੁੱਠੇ ਕੰਮ ਕਰਦੇ ਆ ਪੈਸੇ ਕਮਾਉਣ ਲਈ, ਨਾਲੇ ਰਸਤਾ ਹੀ ਕੋਈ ਬਚਦਾ ਨਹੀਂ। ਇੱਥੇ ਕੋਈ ਕੁੜੀ ਵੀ ਹੈ ਨਹੀਂ, ਸਭ ਓਕੇ ਹੋ ਜਾਂਦਾ ਜਦ ਇੰਡੀਆ 'ਚ ਜਾ ਕੇ ਵਿਆਹ ਕਰਵਾ ਲੈਂਦੇ ਆ। ਕੌਣ ਦੇਖਦਾ ਕੀ ਕੀਤਾ, ਸਭ ਮਿਹਨਤਾਂ ਕਰਦੇ ਆ ਸਾਡਾ ਮੁੰਡਾ ਨਿਕਲ ਜਾਵੇ ਬਾਹਰ। ਮੁੰਡੇ ਕਿਹੜਾ ਦੁੱਧ ਧੋਤੇ ਹੁੰਦੇ ਨੇ, ਕੁੜੀਆਂ ਤਾਂ ਨਹੀਂ ਇਤਰਾਜ਼ ਕਰਦੀਆਂ। ਸੋਚ ਲੈ, ਫੀਸਾਂ ਫੂਸਾਂ ਦੀ ਤਾਂ ਗੱਲ ਹੀ ਕੋਈ ਨਹੀਂ, ਬਾਹਲਾ ਪੈਸਾ ਇਹਦੇ 'ਚ। ਰੇਨੂ ਉਸ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਇੰਨੇ ਨੂੰ ਉਸ ਦਾ ਬॉयਫ੍ਰੈਂਡ ਆ ਜਾਂਦਾ ਹੈ ਤੇ ਉਹ ਦੋਵੇਂ ਡਰੱਗ ਲੈਣ ਲੱਗਦੇ ਆ। ਰੇਨੂ ਉੱਠ ਕੇ ਬਾਹਰ ਚਲੀ ਜਾਂਦੀ ਆ ਤੇ ਸੋਚਦੀ ਆ, ਕਿਸ ਭਾਅ ਪੈ ਗਿਆ ਇਹ ਪਰਦੇਸ ਸਾਨੂੰ। ਉਹ ਅੰਦਰ ਗਈ। ਟੀਨਾ ਤੇ ਉਹ ਮੁੰਡਾ ਬੇਸੁਰਤ ਪਏ ਸੀ। ਪ੍ਰਵੀਨ ਤੇ ਸੁਮਨ ਵਾਪਸ ਆ ਜਾਂਦੀਆਂ, ਪਰ ਪ੍ਰਵੀਨ ਬਹੁਤ ਰੋਣ ਲੱਗੀ। ਰੇਨੂ ਨੇ ਉਸ ਨੂੰ ਚੁੱਪ ਕਰਵਾਇਆ। ਉਹ ਵੀ ਬਹੁਤ ਨਸ਼ੇ 'ਚ ਸੀ। ਰੇਨੂ ਨੇ ਪੁੱਛਿਆ, ਕੀ ਹੋਇਆ, ਘਰ ਦੀ ਯਾਦ ਆ ਰਹੀ ਆ? ਪ੍ਰਵੀਨ, ਘਰ, ਉਫ, ਮੈਂ ਪ੍ਰੈਗਨੈਂਟ ਆ। ਉਹ ਰੋਂਦੀ ਰਹੀ। ਦੱਸਣ ਲੱਗੀ, ਉਸਨੇ ਕਿਹਾ ਕਿ ਉਹ ਆਪਣੀ ਘਰਵਾਲੀ ਨੂੰ ਤਲਾਕ ਦੇ ਦੇਵੇਗਾ ਤੇ ਮੇਰੇ ਨਾਲ ਵਿਆਹ ਕਰਵਾ ਲਵੇਗਾ। ਮੈਂ ਪੱਕੀ ਨਹੀਂ ਸੀ ਹੋ ਪਾ ਰਹੀ। ਮੈਨੂੰ ਇਹ ਸ਼ਾਰਟਕਟ ਲੱਗਾ। ਉਹ ਮੇਰੇ ਤੋਂ 12 ਸਾਲ ਵੱਡਾ ਤੇ 2 ਬੱਚਿਆਂ ਵਾਲਾ। ਉਹ ਕਹਿੰਦਾ ਸੀ ਮੈਂ ਤਲਾਕ ਲੈ ਰਿਹਾ ਆਪਣੀ ਘਰਵਾਲੀ ਤੋਂ, ਪਰ ਹੁਣ ਸਾਰੀ ਗੱਲ ਮੇਰੇ ਤੇ ਸੁੱਟ ਦਿੱਤੀ। ਮੈਂ ਵਾਪਸ ਇੰਡੀਆ ਨਹੀਂ ਜਾ ਸਕਦੀ। ਮੇਰੇ ਮਾਂ-ਬਾਪ ਦੋਵੇਂ ਬਿਮਾਰ ਰਹਿੰਦੇ ਆ। 1 ਕਿੱਲਾ ਸੀ ਪਾਪਾ ਕੋਲ, ਉਹ ਵੇਚ ਕੇ ਭੇਜਿਆ ਸੀ ਮੈਨੂੰ। ਭਰਾ ਮਰ ਗਿਆ ਸੀ ਮੇਰਾ ਨਸ਼ੇ ਕਰਕੇ, ਪਰ ਉਹੀ ਮੈਂ ਕਰ ਰਹੀ ਆ। ਉਹ ਉੱਚੀ ਉੱਚੀ ਰੋਣ ਲੱਗੀ। ਰੇਨੂ ਦਾ ਜਿਵੇਂ ਖੂਨ ਹੀ ਜੰਮ ਗਿਆ। ਉਹ ਡਰ ਗਈ। ਉਸਨੇ ਪੁੱਛਿਆ, ਮਿਲੀ ਕਿੱਥੇ ਸੀ ਉਸਨੂੰ? ਕੀ ਪਤਾ ਨਹੀਂ ਸੀ ਤੈਨੂੰ ਉਸਦੇ ਵਿਆਹ ਬਾਰੇ? ਪ੍ਰਵੀਨ, ਮੈਂ ਵੀ ਨਾਈਟ ਸ਼ਿਫਟ ਲਾਉਂਦੀ ਸੀ। ਰੋਂਦਾ ਸੀ ਮੇਰੇ ਕੋਲ ਆ ਕੇ, ਕਹਿੰਦਾ ਮੇਰੀ ਘਰਵਾਲੀ ਚੰਗੀ ਔਰਤ ਨਹੀਂ, ਮੈਂ ਤਲਾਕ ਦੇ ਦੇਣਾ। ਤੂੰ ਨਾ ਪਈ ਅੜੀਏ ਇਸ ਕੰਮ 'ਚ, ਇਹ ਸ਼ਾਰਟਕਟ ਬਰਬਾਦੀ ਦਾ ਰਾਹ ਏ। ਮਿਹਨਤ ਕਰ ਲਈ ਪਰ ਇਸ ਕੰਮ 'ਚ ਨਾ ਪਈ। ਰੇਨੂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਹੀ ਆ। ਉਸ ਦਾ ਦਿਮਾਗ ਉਸ ਨੂੰ ਇਹ ਸਭ ਮੰਨਣ ਤੋਂ ਰੋਕ ਰਿਹਾ ਸੀ। ਉਹ ਸੋਚ ਲੈਂਦੀ ਹੈ ਕਿ ਉਹ ਕੱਲ੍ਹ ਹੀ ਇੱਥੋਂ ਚਲੀ ਜਾਵੇਗੀ। ਰੇਨੂ ਦੂਜੇ ਹੀ ਦਿਨ ਕੰਮ 'ਤੇ ਨਵਾਂ ਘਰ ਲੱਭਣ ਲੱਗਦੀ ਆ। ਇਸ ਕੰਮ ਲਈ ਉਹ ਆਪਣੇ ਹੀ ਕਾਲਜ ਦੀਆਂ ਕੁੜੀਆਂ ਦੀ ਮਦਦ ਲੈਂਦੀ ਆ। ਉਸ ਦੀ ਜਾਣ ਪਹਿਚਾਣ ਸੁਖਪ੍ਰੀਤ ਨਾਮ ਦੀ ਕੁੜੀ ਨਾਲ ਹੁੰਦੀ ਆ। ਉਹ ਕੁੜੀ ਉਸ ਨੂੰ ਕਹਿੰਦੀ ਆ, ਮੈਂ ਆਪਣੀਆਂ ਹੀ ਛੋਟੀਆਂ ਭੈਣਾਂ ਨਾਲ ਰਹਿ ਰਹੀ ਆ, ਜੇ ਤੂੰ ਐਡਜਸਟ ਕਰਨਾ ਚਾਹੁੰਦੀ ਆ ਤਾਂ ਦੇਖ ਲਵੀਂ। ਰੇਨੂ, ਮੈਂ ਰਹਿ ਲਵਾਂਗੀ। ਰੇਨੂ ਇੱਕ ਵੇਅਰ ਹਾਊਸ 'ਚ ਕੰਮ ਕਰਨ ਲੱਗਦੀ ਆ। ਉੱਥੇ ਹੀ ਉਹ ਕੁੜੀਆਂ ਵੀ ਕੰਮ ਕਰਦੀਆਂ। ਉਹ 3 ਭੈਣਾਂ ਚਾਚੇ ਤਾਏ ਦੀਆਂ ਕੁੜੀਆਂ ਸੀ। ਤਿੰਨਾਂ 'ਚੋਂ ਇੱਕ ਅੰਮ੍ਰਿਤਧਾਰੀ ਸੀ। ਉਹਨਾਂ ਦਾ ਨਾਲ ਰਹਿ ਕੇ ਰੇਨੂ ਨੇ ਇੱਕ ਅਲੱਗ ਹੀ ਪ੍ਰਦੇਸ਼ ਦੇਖਿਆ। ਉਹ ਤਿੰਨੋਂ ਮਿਹਨਤੀ ਸੀ। ਉਹ ਕਈ ਜਗ੍ਹਾ ਕੰਮ ਕਰਦੀਆਂ ਸੀ। ਸਵੇਰੇ 5 ਵਜੇ ਘਰੋਂ ਬੱਸ 'ਚ ਬੈਠ ਜਾਂਦੀਆਂ ਤੇ 6 ਤੋਂ 8 ਉਹ ਫਾਰਮ 'ਚ ਪੈਕਿੰਗ ਦਾ ਕੰਮ ਕਰਦੀਆਂ। ਫਿਰ 8:30 ਤੋਂ 2 ਵਜੇ ਕਾਲਜ, ਫਿਰ ਕਾਲਜ ਤੋਂ ਸਿੱਧਾ ਵੇਅਰ ਹਾਊਸ, ਜਿੱਥੇ ਉਹ ਰਾਤ ਦੇ 7 ਵਜੇ ਤੱਕ ਕੰਮ ਕਰਦੀਆਂ। ਰੇਨੂ ਉਹਨਾਂ ਨੂੰ ਵੇਖ ਕੇ ਸੋਚ ਰਹੀ ਸੀ, ਜ਼ਿੰਦਗੀ ਦੇ ਸ਼ਾਰਟਕਟ ਨਾਲੋਂ ਮਿਹਨਤ ਦਾ ਲੰਮਾ ਰਾਹ ਹਮੇਸ਼ਾ ਚੰਗਾ ਤੇ ਮਾਣ ਭਰਿਆ ਹੁੰਦਾ। ਸਭ ਕੁਝ ਆਸਾਨ ਹੁੰਦਾ ਹੈ, ਬਸ ਚੁਣਨਾ ਸਾਡੇ ਹੱਥ 'ਚ ਹੁੰਦਾ। ਰੇਨੂ ਬਹੁਤ ਖੁਸ਼ ਸੀ। ਉਹ ਉਹਨਾਂ ਕੁੜੀਆਂ ਨਾਲ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਲੱਗੀ। ਉਹ ਰੋਜ਼ ਪਾਠ ਕਰਦੀ ਤੇ ਆਪਣੀ ਪੜ੍ਹਾਈ ਤੇ ਕੰਮ 'ਤੇ ਧਿਆਨ ਦਿੰਦੀ। ਉਹ ਵੀਕਐਂਡ 'ਤੇ ਘੁੰਮਣ ਵੀ ਜਾਂਦੀਆਂ। ਰੇਨੂ ਨੇ ਜਦੋਂ ਆਪਣੇ ਕਮਾਏ ਪੈਸੇ 'ਚੋਂ ਦੂਜੇ ਸਮੈਸਟਰ ਦੀ ਫੀਸ ਭਰੀ, ਉਸ ਨੂੰ ਅਨੋਖੀ ਸੰਤੁਸ਼ਟੀ ਹੋਈ। ਉਹ ਭਗਵਾਨ ਦਾ ਰੋਜ਼ ਧੰਨਵਾਦ ਕਰਦੀ ਕਿ ਸ਼ੁਕਰ ਆ ਰੱਬਾ,
ਮੈਂ ਡਰ ਤੇ ਮਜਬੂਰੀ ਵਿੱਚ ਘਬਰਾ ਕੇ ਆਪਣੇ ਰਸਤੇ ਤੋਂ ਨਹੀਂ ਭਟਕੀ। ਮੈਂ ਉਸ ਗੰਦਗੀ ਦਾ ਹਿੱਸਾ ਨਹੀਂ ਬਣੀ। ਰੇਨੂ ਨੇ ਜਸ ਨਾਲ ਵੀ ਆਪਣੀ ਦੋਸਤੀ ਦੀ ਕਦੇ ਹੱਦ ਪਾਰ ਨਾ ਕੀਤੀ। ਸੁਖਪ੍ਰੀਤ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਉਹ ਹਮੇਸ਼ਾ ਕਹਿੰਦੀ, ਮੈਂ ਪਾਪਾ ਨੂੰ ਹਮੇਸ਼ਾ ਕਹਿੰਦੀ ਸੀ, ਪਾਪਾ ਮੈਂ ਪੁੱਤ ਹੀ ਹਾਂ ਤੁਹਾਡਾ। ਪਰ ਪਾਪਾ ਕਹਿੰਦੇ ਸੀ ਮੁੰਡਾ ਬਣਨ ਲਈ ਮੁੰਡਿਆਂ ਵਾਲੇ ਕੰਮ ਕਰਨੇ ਜ਼ਰੂਰੀ ਨਹੀਂ ਹੁੰਦੇ, ਬਲਕਿ ਧੀਆਂ ਆਪਣੀਆਂ ਮਰਿਆਦਾ 'ਚ ਰਹਿ ਕੇ ਵੀ ਮੁੰਡਾ ਬਣ ਸਕਦੀਆਂ। ਆਪਣੇ ਮਾਪਿਆਂ ਦਾ ਸਿਰ ਉੱਚਾ ਕਰਕੇ, ਉਹਨਾਂ ਦੀ ਇੱਜ਼ਤ ਸਾਂਭ ਕੇ ਉਹਨਾਂ ਦਾ ਮਾਣ ਬਣ ਜਾ ਸਕਦੀਆਂ। ਪਰ ਅੱਜ ਕੱਲ੍ਹ ਤਾਂ ਕੁੜੀਆਂ ਮੁੰਡਿਆਂ ਦੀ ਤਰ੍ਹਾਂ ਬਣਨ 'ਤੇ ਜ਼ਿਆਦਾ ਜ਼ੋਰ ਦੇ ਰਹੀਆਂ ਨੇ। ਰੇਨੂ, ਸਾਡੇ ਸਕੂਲਾਂ ਦਾ ਰਸਤਾ ਕੱਚਾ ਸੀ ਤੇ ਸਾਡੇ ਬੱਚੇ ਬਰਸਾਤ ਵਿੱਚ ਪਾਣੀ ਨਾਲ ਭਰੇ ਟੋਏ ਲੱਭ ਲੱਭ ਕੇ ਉਹਨਾਂ ਵਿੱਚ ਪੈਰ ਮਾਰ ਕੇ ਉਹਨਾਂ ਦੀ ਗੰਦਗੀ ਆਪਣੇ ਉੱਤੇ ਪਾਉਂਦੇ ਰਹਿੰਦੇ। ਪਰ ਮੈਂ ਤੇ ਮੇਰਾ ਭਰਾ ਟੋਇਆਂ ਦੇ ਨਾਲ ਨਾਲ ਬਚੀ। ਸਾਫ਼-ਸਾਫ਼ ਸੜਕ ਦੇਖ ਕੇ ਬਚ-ਬਚ ਕੇ ਨਿਕਲਦੇ ਕਿ ਕਿਤੇ ਛਿੱਟੇ ਸਾਡੇ 'ਤੇ ਨਾ ਪੈ ਜਾਣ। ਉਸ ਤੋਂ ਅੱਜ ਸਬਕ ਮਿਲ ਗਿਆ ਕਿ ਇਹ ਸਿਰਫ ਸਾਡੀ ਸੋਚ ਤੇ ਚਾਹਤ ਉੱਤੇ ਨਿਰਭਰ ਕਰਦਾ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਨਹੀਂ ਤਾਂ ਰਸਤਾ ਇੱਕੋ ਹੁੰਦਾ, ਬਸ ਤੈਅ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ। ਰੇਨੂ ਦੀ ਪੜ੍ਹਾਈ ਪੂਰੀ ਹੋ ਗਈ, ਪਰ ਰਾਮ ਲਾਲ ਬੜਾ ਰੂੜੀਵਾਦੀ ਹੋਣ ਕਰਕੇ ਉਹ ਜਸ ਤੇ ਰੇਨੂ ਦੇ ਰਿਸ਼ਤੇ ਲਈ ਨਾ ਮੰਨਿਆ। ਜਸ ਦਾ ਵਿਆਹ ਕੈਨੇਡਾ ਵਾਲੀ ਕੁੜੀ ਨਾਲ ਹੋ ਗਿਆ। ਉਹ ਕੈਨੇਡਾ ਚਲਾ ਗਿਆ। ਗੁਰਸੇਵਕ ਤੇ ਬੱਲੂ ਅੱਜ ਵੀ ਰੇਨੂ ਦੇ ਚੰਗੇ ਦੋਸਤ ਹਨ। ਰੇਨੂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਆਸਟ੍ਰੇਲੀਆ ਦੀ PR ਲੈ ਲਈ ਤੇ ਚੰਡੀਗੜ੍ਹ ਦੇ ਮੋਹਿਤ ਨਾਮ ਦੇ ਮੁੰਡੇ ਨਾਲ ਉਸ ਦਾ ਵਿਆਹ ਹੋ ਗਿਆ। ਉਸ ਨੇ MBA ਕੀਤੀ ਹੋਈ ਸੀ। ਉਸ ਨੂੰ ਵੀ ਆਸਟ੍ਰੇਲੀਆ ਚੰਗੀ ਨੌਕਰੀ ਮਿਲ ਗਈ। ਸੁਖਪ੍ਰੀਤ ਦਾ ਵਿਆਹ ਵੀ ਗੁਰਸਿੱਖ ਮੁੰਡੇ ਨਾਲ ਹੋਇਆ। ਉਹ ਸਾਰੇ ਹੁਣ ਪਰਿਵਾਰ ਦੀ ਤਰ੍ਹਾਂ ਸੁੱਖ ਦੁੱਖ ਵਿੱਚ ਇੱਕ ਦੂਜੇ ਦੇ ਸਾਥੀ ਹਨ। ਰੇਨੂ ਹੁਣ ਨਵੇਂ ਪਹੁੰਚੇ ਸਟੂਡੈਂਟ ਦੀ ਹੈਲਪ ਕਰਦੀ ਹੈ। ਉਹਨਾਂ ਨੂੰ ਸਹੀ ਰਸਤਾ ਚੁਣਨ ਲਈ ਉਹਨਾਂ ਨੂੰ ਫ੍ਰੀ ਕਲਾਸਿੰਗ ਸੈਸ਼ਨ ਦਿੰਦੀ ਆ ਤੇ ਕਹਿੰਦੀ ਆ ਸਹੀ ਸਮੇਂ 'ਤੇ ਸਹੀ ਫੈਸਲੇ ਲੈਣ ਲਈ ਸਿਰਫ ਸ਼ਾਂਤ ਮਨ ਦੀ ਜ਼ਰੂਰਤ ਹੁੰਦੀ ਆ। ਤੁਹਾਨੂੰ ਸਹੀ ਨਾਲੋਂ ਜ਼ਿਆਦਾ ਗਲਤ ਰਸਤੇ 'ਤੇ ਲੈ ਕੇ ਜਾਣ ਵਾਲੇ ਮਿਲਣਗੇ। ਉਹ ਉਸ ਗਲਤ ਰਸਤੇ ਨੂੰ ਸੋਨੇ ਦੀ ਤਰ੍ਹਾਂ ਚਮਕਾ ਕੇ ਤੁਹਾਡੇ ਅੱਗੇ ਪੇਸ਼ ਕਰਨਗੇ। ਬਸ ਉਸ ਵਕਤ ਧੀਰਜ ਰੱਖੋ। ਜਿਵੇਂ ਕੋਈ ਵੀ ਜਿੰਦਾ ਉਸ ਨੂੰ ਖੋਲ੍ਹਣ ਵਾਲੀ ਚਾਬੀ ਤੋਂ ਬਿਨਾਂ ਨਹੀਂ ਬਣਦਾ। ਰੱਬ ਵੀ ਜਦ ਮੁਸੀਬਤ ਦਿੰਦਾ ਤਾਂ ਉਸ ਦਾ ਹੱਲ ਵੀ ਜ਼ਰੂਰ ਦਿੰਦਾ। ਛੇਤੀ ਤੇ ਆਸਾਨ ਹੱਲ ਹਮੇਸ਼ਾ ਸਹੀ ਨਹੀਂ ਹੁੰਦੇ। ਸਮਝਣਾ ਅਸੀਂ ਹੁੰਦਾ ਕਿ ਇਸ ਦਾ ਨਤੀਜਾ ਕੀ ਹੋਵੇਗਾ। ਰੇਨੂ ਨੂੰ ਹੁਣ ਅਸਲ ਮਾਇਨੇ 'ਚ ਪ੍ਰਦੇਸ਼ ਸੋਹਣਾ ਲੱਗ ਰਿਹਾ ਸੀ। ਉਹ ਹੁਣ ਪ੍ਰਦੇਸ਼ ਦੀ ਖੂਬਸੂਰਤੀ ਸਾਫ਼ ਦੇਖ ਪਾ ਰਹੀ ਸੀ। ਉਹ ਸੋਚਦੀ ਹੈ, ਪ੍ਰਦੇਸ਼ ਬਹੁਤ ਸੋਹਣਾ, ਬਿਲਕੁਲ ਉਵੇਂ ਦਾ ਜਿਵੇਂ ਮੇਰਾ ਖੁਆਬਾਂ 'ਚ ਸੀ। ਬਸ ਜਦੋਂ ਅਸੀਂ ਪ੍ਰਦੇਸ਼ ਆ ਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਹਾਲਤ ਉਹ ਮਲਾਹ ਵਰਗੀ ਹੋ ਜਾਂਦੀ ਆ ਜਿਸ ਨੂੰ ਚੱਪੂ ਫੜਨਾ ਵੀ ਨਹੀਂ ਆਉਂਦਾ ਤੇ ਉਸ ਦੀ ਕਿਸ਼ਤੀ ਵੀ ਸਮੁੰਦਰ ਦੇ ਵਿਚਕਾਰ ਜਾ ਪਹੁੰਚੀ ਹੋਵੇ। ਮੁਸੀਬਤਾਂ ਸਾਨੂੰ ਡਰਾ ਦਿੰਦੀਆਂ ਹਨ, ਪਰ ਅਸੀਂ ਕਮਜ਼ੋਰ ਨਾ ਪੈ ਕੇ ਉਸ ਦਾ ਮੂੰਹ ਤੋੜ ਸਕਦੇ ਹਾਂ। ਪ੍ਰਦੇਸਾਂ 'ਚ ਜ਼ਿੰਦਗੀ ਸੌਖੀ ਤਾਂ ਨਹੀਂ, ਪਰ ਰੱਬ ਵੀ ਮਜਬੂਰ ਇਰਾਦੇ ਵਾਲਿਆਂ ਨੂੰ ਹੀ ਮੁਸੀਬਤਾਂ 'ਚ ਪਾਉਂਦਾ, ਇਹ ਦੇਖਣ ਲਈ ਕਿ ਕਿਤੇ ਡੋਲ ਤਾਂ ਨਹੀਂ ਜਾਵੇਗਾ। ਸਾਰੇ ਵਿਦੇਸ਼ ਸੋਹਣੇ ਆ ਤੇ ਮਜ਼ਬੂਤ ਇਰਾਦੇ ਵਾਲਿਆਂ ਨੇ। ਵਿਦੇਸ਼ਾਂ 'ਚ ਕਾਮਯਾਬੀ ਦੇ ਝੰਡੇ ਗੱਡੇ ਹਨ। ਰੇਨੂ ਵਰਗੀਆਂ ਧੀਆਂ ਅਸਲ 'ਚ ਉਦਾਹਰਨ ਬਣਦੀਆਂ ਹਨ ਇਸ ਸਮਾਜ ਲਈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।